स्टूडेंट्स ਅੱਜ ਅਸੀਂ ਗੱਲ ਕਰਾਂਗੇ ਆਪਣੇ ਕੈਰੀਅਰ ਦੀ ਥੋੜੀ ਜਿਹੀ ਪਲੈਨਿੰਗ ਔਰ ਕਿੱਦਾਂ ਆਨਲਾਈਨ ਜਾ ਕੇ ਜਿਹੜੀ ਜੌਬਸ ਵਿੱਚ ਤੁਹਾਨੂੰ ਇੰਟਰਸਟ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਜੇ ਹਾਲੇ ਤੁਸੀਂ ਸਿਰਫ ਸਟੂਡੈਂਟ ਹੋ ਤੁਸੀਂ ਗ੍ਰੈਜੂਏਟ ਨਹੀਂ ਕੀਤਾ ਤੇ ਕਿੱਦਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਅੱਜ ਦੀ ਇਕਨੋਮੀ ਵਿੱਚ ਕਿੱਦਾਂ ਦੀ ਜੌਬਸ ਲਈ ਕਿੰਨੀ ਤਨਖਾਹ ਕਿੰਨੇ ਪੈਸੇ ਮਿਲ ਰਹੇ ਆ ਔਰ ਉਹ ਜੌਬਸ ਦੀ ਕੀ ਸਕਿੱਲਸ ਹੈਗੀਆਂ ਤਾਂ ਕਿ ਤੁਸੀਂ ਆਪਣੀ ਪੜ੍ਹਾਈ ਵਿੱਚ ਉਹ ਵਾਲੀਆਂ ਸਕਿੱਲਸ ਔਰ ਉਹ ਵਾਲੇ ਕੋਰਸਿਸ ਕਰੋ। ਅੱਜ ਤੁਸੀਂ ਜਾ ਕੇ ਜੇ ਦੇਖੋਗੇ ਤੇ ਪਲੈਨਿੰਗ ਦਾ ਇੰਪੋਰਟੈਂਸ ਤੁਹਾਨੂੰ ਪਤਾ ਚੱਲੇਗੀ ਕਿ ਕਿੰਨੀ ਜ਼ਿਆਦਾ ਹੈ। ਜੇ ਤੁਸੀਂ 10ਵੀਂ 11ਵੀਂ 12ਵੀਂ ਵਿੱਚ ਹੋ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਕੰਮ ਦਾ ਆਏਗਾ ਕਿਉਂਕਿ ਤੁਹਾਨੂੰ ਪਤਾ ਚੱਲੇਗਾ ਕਿ ਜਿਸ ਹਿਸਾਬ ਨਾਲ ਜਿਹੜੀ ਸਕਿੱਲ ਦਾ ਕੀ ਰੇਟ ਹੈ ਮਾਰਕੀਟ ਵਿੱਚ ਉਹਦੇ ਹਿਸਾਬ ਦੇ ਨਾਲ ਤੁਸੀਂ ਪਲਾਨ ਕਰ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦਾ ਕਰੀਅਰ ਕਿੱਦਾਂ ਦੀ ਡਿਗਰੀ ਕਿੱਦਾਂ ਦਾ ਡਿਪਲੋਮਾ ਕਰਨਾ ਚਾਹੀਦਾ। ਜੇ ਅਸੀਂ ਜੌਬਸ ਦਾ ਸੋਚ ਰਹੇ ਹਾਂ ਤੇ ਜੇ ਇੱਕ ਵੱਡੇ ਪੈਮਾਨੇ ਤੇ ਵੈਰੀ ਹਾਈ ਲੈਵਲ ਤੋਂ ਸੋਚਿਆ ਜਾਏ ਤੇ ਜੌਬਸ ਸ਼ੁਰੂ ਹੋਣੀਆਂ ਕੰਪਨੀਆਂ ਜਦੋਂ ਜੌਬਸ ਮਾਰਕੀਟ ਵਿੱਚ ਐਡਵਰਟਾਈਜ਼ ਕਰਦੀਆਂ ਤੇ ਤੁਸੀਂ ਆਪ ਸੋਚੋ ਜੇ ਤੁਸੀਂ 4 ਸਾਲ ਗ੍ਰੈਜੂਏਸ਼ਨ ਤੋਂ ਦੂਰ ਹੋ 12ਵੀਂ ਤੁਸੀਂ ਕੀਤੀ ਹੈ ਕੋਈ 3 ਜਾਂ 4 ਸਾਲ ਡਿਗਰੀ ਦਾ ਡਿਪਲੋਮਾ ਦਾ ਕੋਰਸ ਸੋਚ ਰਹੇ ਹੋ ਤੇ ਪਹਿਲਾਂ ਸੋਚੋ ਕਿ ਵੀ ਇਕਨੋਮੀ ਵਿੱਚ ਕਿਹੜੀ ਕੰਪਨੀ ਕਿੱਦਾਂ ਦੀਆਂ ਕੰਪਨੀਆਂ ਤੁਹਾਨੂੰ ਐਮਪਲੋਇਮੈਂਟ ਆਫਰ ਕਰਨਗੀਆਂ ਔਰ ਉਹ ਕਿਹੜੇ ਸੈਕਟਰ ਦੀਆਂ ਹੈਗੀਆਂ ਕਿਉਂਕਿ ਆਬਵੀਅਸਲੀ ਜਿਹੜਾ ਸੈਕਟਰ ਬੂਮ ਕਰ ਰਿਹਾ ਹੈ ਉਹੀ ਜੌਬਸ ਐਡਵਰਟਾਈਜ਼ ਕਰੇਗਾ। ਜੇ ਸਮਝ ਲਓ ਤੁਸੀਂ ਅੱਜ ਦੀ ਤਰੀਕ ਵਿੱਚ ਇਸ ਸਾਲ 12ਵੀਂ ਕਲਾਸ ਖਤਮ ਕਰ ਰਹੇ ਹੋ ਸੋ ਆਬਵੀਅਸਲੀ ਗ੍ਰਾਫਿਕ ਡਿਜ਼ਾਈਨ IT ਸਾਈਬਰ ਸਿਕਿਉਰਿਟੀ ਡੇਟਾ ਸਾਇੰਸ ਇੱਦਾਂ ਦੇ ਸੈਕਟਰਸ ਬੂਮ ਕਰ ਰਹੇ ਆ ਤੇ ਅੱਗੇ ਜਾ ਕੇ ਵੀ ਐਕਸਪੈਕਟੇਸ਼ਨ ਹੈ ਕਿ ਇੱਦਾਂ ਦੇ ਸੈਕਟਰ ਬੂਮ ਕਰਨਗੇ। ਹੁਣ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ CNC ਮਸ਼ੀਨ ਮੈਨੂਫੈਕਚਰਿੰਗ ਵਿੱਚ ਕੁਝ ਕਰਨਾ ਹੈ ਤੇ ਹੋ ਸਕਦਾ ਹੈ ਕਿ ਜੇ ਤੁਸੀਂ ਚੰਗੇ ਇੰਸਟੀਚਿਊਟ ਤੋਂ ਇੱਦਾਂ ਦੀਆਂ ਚੀਜ਼ਾਂ ਕਰ ਸਕਦੇ ਹੋ ਔਰ ਹਾਈ ਐਂਡ ਮੈਨੂਫੈਕਚਰਿੰਗ ਵਿੱਚ ਜਾਣਾ ਚਾਹੁੰਦੇ ਹੋ ਤੇ ਜਾ ਸਕਦੇ ਹੋ ਬਟ ਉਹਦੀ ਆਪੇ ਰਿਸਰਚ ਕਰਕੇ ਦੇਖ ਲਓ ਕਿ ਵੀ ਉਹਦੇ ਵਿੱਚ ਤਨਖਾਹ ਕਿੰਨੀ ਹੈ ਕੰਪਨੀਆਂ ਕਿੰਨੀਆਂ ਜੌਬਸ ਕਿੰਨੀਆਂ। ਸੋ ਜਿਹੜੀਆਂ ਜੌਬਸ ਪਹਿਲਾਂ ਅਖਬਾਰਾਂ ਵਿੱਚ ਨਿਕਲਦੀਆਂ ਸੀਗੀਆਂ ਉਹ ਜ਼ਿਆਦਾਤਰ ਆਨਲਾਈਨ ਹੀ ਨਿਕਲਦੀਆਂ ਔਰ ਉਹਨੇ ਐਕਚੁਅਲੀ ਰਿਸਰਚ ਕਰਨਾ ਜੌਬਸ ਦਾ ਆਸਾਨ ਕਰਤਾ। ਤੁਸੀਂ ਆਪਣੇ ਆਪ ਨੂੰ ਜਦੋਂ ਕੋਈ ਜੌਬ ਦਾ ਐਡਵਰਟਾਈਜ਼ਮੈਂਟ ਪੜ੍ਹਦੇ ਹੋ ਤੇ ਪਹਿਲਾਂ ਇਹ ਸੋਚੋ ਕਿ ਬਈ ਤੁਹਾਡੇ ਵਿੱਚ ਉਹ ਸਾਰੇ ਹੁਨਰ ਹੈ ਕਿ ਨਹੀਂ ਜਿਹੜੀ ਕਿ ਜੌਬਸ ਐਡਵਰਟਾਈਜ਼ ਜਿਹੜੀ ਕੀਤੀ ਹੈ ਐਮਪਲੋਇਰ ਨੇ ਜਿਹੜੀ ਉਹ ਮੰਗ ਰਹੇ ਹੈ। ਫਾਲਤੂ ਵਿੱਚ ਜਿਹੜੀ ਜੌਬ ਚੰਗੀ ਹੈ ਲੇਕਿਨ ਤੁਹਾਡੇ ਕੋਲ ਉਹਦੀ ਸਕਿੱਲ ਹੀ ਨਹੀਂ ਹੈ ਕੁਆਲੀਫਿਕੇਸ਼ਨ ਨਹੀਂ ਹੈ ਐਕਸਪੀਰੀਅੰਸ ਨਹੀਂ ਹੈ ਬੈਕਗਰਾਉਂਡ ਨਹੀਂ ਹੈ ਸਾਈਡ ਪ੍ਰੋਜੈਕਟ ਨਹੀਂ ਹੈ ਕੋਈ ਸਪੈਸ਼ਲ ਅਸਾਈਨਮੈਂਟ ਨਹੀਂ ਕੀਤਾ ਉਹਦੇ ਵਿੱਚ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਹਾਨੂੰ ਬਿਲਕੁਲ ਜੌਬ ਮਿਲਣ ਦੇ ਜ਼ੀਰੋ ਚਾਂਸ ਹੈ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੋ। ਔਰ ਅੱਜ ਕੱਲ੍ਹ ਦੇ ਦੁਨੀਆ ਵਿੱਚ ਜਿਹੜੀਆਂ ਚੰਗੀਆਂ ਕੰਪਨੀਆਂ ਹੈਗੀਆਂ ਜਦੋਂ ਤੁਸੀਂ ਆਪਣਾ ਰੈਜ਼ਿਊਮੇ ਭੇਜਦੇ ਹੋ ਉਹਨਾਂ ਨੂੰ ਤਾਂ ਇੱਕ ਉਹ ਫਿਲਟਰਿੰਗ ਪ੍ਰੋਸੈਸ ਅਪਲਾਈ ਕਰਦੇ ਯਾਨੀ ਕਿ ਇੱਕ ਪ੍ਰੋਗਰਾਮ ਦੇ ਥਰੂ ਬੇਸ਼ੱਕ ਉਹ 1000 ਰੈਜ਼ਿਊਮੇ 10,000 ਰੈਜ਼ਿਊਮੇ ਆਉਣ ਉਹ ਇੱਕ ਪ੍ਰੋਗਰਾਮ ਦੇ ਥਰੂ ਫਿਲਟਰ ਕਰਦੇ ਉਸ ਪ੍ਰੋਗਰਾਮ ਵਿੱਚ ਉਹ ਕਹਿ ਦਿੰਦੇ ਵੀ ਜਿਹਦੇ ਰੈਜ਼ਿਊਮੇ ਵਿੱਚ ਇੱਦਾਂ ਦੇ ਕੀਵਰਡ ਹੈਗੇ ਨੇ ਉਹ ਰੈਜ਼ਿਊਮੇ ਸਾਨੂੰ ਕੱਢ ਕੇ ਦੇ ਦਿਓ। ਸੋ ਰੈਜ਼ਿਊਮੇ ਵਿੱਚ ਵਰਡ ਹੋ ਸਕਦੇ ਆ ਜਿੱਦਾਂ ਕੋਈ ਕੰਪਨੀ ABC ਹੈ ਉਹਨੂੰ ਪਤਾ ਹੈ ਕਿ ਬਈ ਉਹਨੇ ਬੰਦੇ ਚੁੱਕਣੇ ਆ ਆਪਣੀ ਕੰਪੈਟੀਟਰ ਕੰਪਨੀ ਤੋਂ ਲੈਟਸ ਸੇ ਉਸ ਕੰਪਨੀ ਦਾ ਨਾਮ ਹੈ XYZ ਤੇ ਉਹ XYZ ਪਾ ਦੇਗੀ। ਜਿਹੜੀ ਕੰਪਨੀ ਹੈ ਉਹ ਸ਼ਾਇਦ ਚਾਹੁੰਦੀ ਹੈ ਕਿ ਬਈ ਜਿਹੜੇ ਸਟੂਡੈਂਟਸ ਉਹ IIT ਤੋਂ ਹੋਣ ਉਹ IIT ਪਾ ਦੇਗੀ ਐਜ਼ ਕੀਵਰਡਸ। ਸੋ ਮਲਟੀਪਲ ਕੀਵਰਡਸ ਪਾਉਂਦੇ ਆ ਔਰ ਉਹਦੇ ਵਿੱਚੋਂ ਰੈਜ਼ਿਊਮੇ ਨਿਕਲਦੇ ਜਿਹੜੇ ਕਿ ਫਿਰ ਕੋਈ ਹਿਊਮਨ ਕੋਈ ਬੰਦਾ ਜਿਹਨੇ ਰਿਵਿਊ ਕਰਨੇ ਰੈਜ਼ਿਊਮੇ ਉਹ ਫਿਰ ਮੈਨੂਅਲੀ ਉਹ ਵਾਲੇ ਰੈਜ਼ਿਊਮੇ ਰਿਵਿਊ ਕਰਦਾ। ਇਸੇ ਕਰਕੇ ਫਾਲਤੂ ਜੌਬਸ ਵਿੱਚ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੋ ਤੁਹਾਡਾ ਰੈਜ਼ਿਊਮੇ ਕਦੀ ਪਿਕ ਨਹੀਂ ਹੋਣਾ। ਹੁਣ ਜਦੋਂ ਜੌਬ ਅਪਲਾਈ ਕਰਨ ਦਾ ਗੱਲ ਬਣਦੀ ਹੈ ਵੈਦਰ ਇਟ ਇਜ਼ ਅ ਹਿਊਮਨ ਚਾਹੇ ਉਹ ਹਿਊਮਨ ਹੋਏ ਚਾਹੇ ਉਹ ਮਸ਼ੀਨ ਹੋਏ ਔਰ ਕੀਵਰਡਸ ਦੇ ਬੇਸ ਦੇ ਉੱਤੇ ਤੁਹਾਡਾ ਰੈਜ਼ਿਊਮੇ ਚੈੱਕ ਕਰੇ ਤੁਹਾਡਾ ਕੰਮ ਹੈਗਾ ਕਿ ਇੱਕ ਤੁਹਾਡਾ ਕਵਰ ਲੈਟਰ ਜਾਂ ਕਵਰ ਈਮੇਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀ ਕਦੀ ਕਦੀ ਸਕੈਨ ਹੋ ਸਕਦੀ ਹੈ ਤੇ ਤੁਹਾਡਾ ਰੈਜ਼ਿਊਮੇ ਵੀ ਫੈਕਚੁਅਲ ਐਰਰ ਫ੍ਰੀ ਸਪੈਲਿੰਗ ਫ੍ਰੀ ਪ੍ਰੋਪਰ ਗ੍ਰਾਮਰ ਦੇ ਨਾਲ ਇੱਕਦਮ ਵਧੀਆ ਔਰ ਪ੍ਰੋਫੈਸ਼ਨਲ ਹੋਣਾ ਚਾਹੀਦਾ ਤੇ ਰੈਜ਼ਿਊਮੇ ਤੁਹਾਡਾ ਕਿੱਦਾਂ ਪ੍ਰੋਫੈਸ਼ਨਲ ਹੋ ਸਕਦਾ ਉਹ ਅਸੀਂ ਇਸ ਪ੍ਰੈਜੈਂਟੇਸ਼ਨ ਵਿੱਚ ਤੁਹਾਨੂੰ ਦੱਸਾਂਗੇ।
ਇਹ ਦੋਨੋਂ ਚੀਜ਼ਾਂ ਕਵਰ ਲੈਟਰ ਔਰ ਰੈਜ਼ਿਊਮੇ ਫ੍ਰੀ ਔਰ ਐਰਰ ਫ੍ਰੀ ਹੋਣ ਦੇ ਨਾਲ ਈਜ਼ ਆਫ ਯੂਜ਼, ਯਾਨੀ ਕਿ ਆਸਾਨੀ ਨਾਲ ਜਿਹੜਾ ਬੰਦਾ ਪੜ੍ਹ ਰਿਹਾ ਹੈ ਜਾਂ ਮਸ਼ੀਨ ਪੜ੍ਹ ਰਹੀ ਹੈ ਉਹਨੂੰ ਇਹ ਦਿਖਾਣਾ ਕਿ ਤੁਹਾਡੇ ਵਿੱਚ ਇਹ ਸਾਰੀ ਖੂਬੀਆਂ ਹੈਗੀਆਂ ਕਿ ਤੁਸੀਂ ਉਹ ਕੁਆਲੀਫਿਕੇਸ਼ਨ ਮੀਟ ਕਰਦੇ ਹੋ, ਸਿਰਫ ਮੀਟ ਨਹੀਂ ਐਕਸੀਡ ਕਰਦੇ ਹੋ। You also have to think कि how do I make the user experience delightful of the hiring manager, यानी कि ਤੁਸੀਂ ਜਿਹੜਾ ਬੰਦੇ ਨੇ ਹਾਇਰ ਕਰਨਾ ਹੈ ਜਾਂ ਤੁਹਾਨੂੰ ਪਹਿਲਾ ਇੰਟਰਵਿਊ ਦੀ ਕਾਲ ਕਰਨੀ ਹੈ, ਮੈਂ ਕਿੱਦਾਂ ਉਹਦੀ ਜੌਬ ਬਹੁਤ ਆਸਾਨ ਕਰਦਾ। ਸੋ ਇਸ ਕਰਕੇ ਜੇ ਤੁਸੀਂ ਕੋਈ ਆਨਲਾਈਨ ਪ੍ਰੋਜੈਕਟ ਕੀਤਾ ਹੈ, ਜੇ ਤੁਹਾਡਾ ਕੋਈ ਆਨਲਾਈਨ ਪੋਰਟਫੋਲੀਓ ਹੈ, ਜੇ ਕੋਈ ਤੁਸੀਂ ਗੇਮ ਬਣਾਈ ਹੈ, ਜੇ ਕੋਈ ਤੁਸੀਂ ਪੋਸਟਰ ਬਣਾਇਆ ਹੈ, ਜੇ ਤੁਹਾਡਾ ਕੋਈ ਪੋਰਟਫੋਲੀਓ ਹੈ, ਉਹਦੇ ਲਿੰਕਸ ਜਿਹੜੇ ਤੁਸੀਂ ਸੌਫਟਵੇਅਰ ਯੂਜ਼ ਕੀਤੇ, ਸੌਫਟਵੇਅਰਸ ਦੇ ਨਾਮ, ਉਹ ਸਾਰੇ ਕਵਰ ਲੈਟਰ ਔਰ ਰੈਜ਼ਿਊਮੇ ਦੇ ਵਿੱਚ ਸਹੀ ਜਗ੍ਹਾ ਤੇ ਹੋਣੇ ਚਾਹੀਦੇ ਤਾਂ ਕਿ ਤੁਹਾਨੂੰ ਬੁਲਾਉਣ ਤੋਂ ਪਹਿਲਾਂ, ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਜਿਹੜੇ ਹਾਈਪਰਲਿੰਕਸ ਤੁਹਾਡੇ ਰੈਜ਼ਿਊਮੇ ਜਾਂ ਕਵਰ ਲੈਟਰ ਵਿੱਚ ਹੈਗੇ ਜਾਂ YouTube ਤੇ ਸ਼ਾਇਦ ਤੁਹਾਡਾ ਪੋਰਟਫੋਲੀਓ ਹੈਗਾ, ਉਹ ਕਲਿੱਕ ਕਰਕੇ ਹਾਇਰਿੰਗ ਮੈਨੇਜਰ ਆਰਾਮ ਨਾਲ ਦੇਖ ਸਕੇ। ਜਦੋਂ ਹਾਇਰਿੰਗ ਮੈਨੇਜਰ ਦੇਖ ਲਏਗਾ ਫਿਰ ਹਾਇਰਿੰਗ ਮੈਨੇਜਰ ਕਹੇਗਾ ਹਾਂ ਬਈ ਇਹ ਮੁੰਡਾ ਜਾਂ ਕੁੜੀ ਬਿਲਕੁਲ ਵਾਕਈ ਫਿੱਟ ਬੈਠਦੇ ਨੇ ਔਰ ਤੁਹਾਡੇ ਬਾਰੇ ਉਹਦੇ ਮਾਈਂਡ ਦੇ ਵਿੱਚ ਆਲਰੇਡੀ ਪੋਜ਼ਿਟਿਵ ਇੰਪੈਕਟ ਬਣ ਗਿਆ ਹੈ ਤੇ ਜਿਹੜਾ ਇੰਟਰਵਿਊਅਰ ਹੈ ਉਹ ਤੁਹਾਨੂੰ ਕਾਲ ਕਰੇਗਾ ਔਰ ਫਿਰ ਗੱਲ ਅੱਗੇ ਵਧੇਗੀ। ਔਰ ਹਮੇਸ਼ਾ ਜਦੋਂ ਤੁਸੀਂ ਪਹਿਲੀ ਨੌਕਰੀ ਛੱਡਦੇ ਹੋ, ਦੂਜੀ ਛੱਡਦੇ ਹੋ, ਹਮੇਸ਼ਾ ਪਲੀਜ਼ always leave on good terms, यानी कि ਉਹਨਾਂ ਦਾ ਕੰਮ ਪੂਰਾ ਕਰਕੇ ਚੰਗੀ ਤਰ੍ਹਾਂ ਖਤਮ ਕਰੋ ਉਹਦੇ ਨਾਲ ਜਿਹੜੇ ਮੇਨ ਪ੍ਰੋਜੈਕਟ ਹੈ ਜਦੋਂ ਤੁਹਾਡਾ ਟਰਮੀਨੇਸ਼ਨ ਪੀਰੀਅਡ ਹੁੰਦਾ ਹੈ। ਕਿਉਂਕਿ ਪ੍ਰੋਫੈਸ਼ਨਲ ਦੁਨੀਆ ਦੇ ਵਿੱਚ ਅਗਲੀ ਵਾਰ ਜਦੋਂ ਤੁਹਾਨੂੰ ਪਤਾ ਨਹੀਂ ਕਿ ਕਿੱਥੇ ਪੁਰਾਣੀ ਕੰਪਨੀ ਦੇ ਬੰਦੇ ਤੁਹਾਨੂੰ ਫੇਰ ਮਿਲਣਗੇ। ਸੋ ਜੇ ਤੁਸੀਂ ਆਪਣਾ ਪ੍ਰੋਫੈਸ਼ਨਲ ਐਟੀਟਿਊਡ ਨਹੀਂ ਡਿਵੈਲਪ ਕੀਤਾ, ਬੁਰੀਆਂ ਆਦਤਾਂ ਹੁੰਦੀਆਂ ਕਿ ਬਈ ਮੇਰਾ ਤਾਂ ਇੱਥੇ ਕੰਮ ਖਤਮ ਹੋ ਗਿਆ, ਮੈਂ ਤਾਂ ਚੱਲਿਆ ਹੁਣ ਜੋ ਮਰਜ਼ੀ ਹੋਏ ਪ੍ਰੋਜੈਕਟ ਦਾ, that's not the right way to do it because ਕਦੀ ਨਾ ਕਦੀ ਤੁਹਾਨੂੰ ਪੁਰਾਣੇ ਰੈਫਰੈਂਸਿਸ ਦੀ ਲੋੜ ਜ਼ਰੂਰ ਪਏਗੀ। ਓਕੇ, ਸੋ ਹੁਣ ਜਿਹੜਾ ਕਵਰ ਲੈਟਰ ਔਰ ਰੈਜ਼ਿਊਮੇ ਹੈਗਾ ਉਹ ਤੁਹਾਨੂੰ ਹਮੇਸ਼ਾ ਜੇ ਹਰ ਜੌਬ ਅਲੱਗ-ਅਲੱਗ ਕੰਪਨੀ ਅਲੱਗ-ਅਲੱਗ ਜੌਬ ਲਈ ਬਟ ਰਿਲੇਟਡ ਜੌਬ ਲਈ ਅਪਲਾਈ ਕਰ ਰਹੇ ਹੋ, ਤੁਹਾਨੂੰ ਐਕਚੁਅਲੀ ਪ੍ਰੋਪਰਲੀ ਪੜ੍ਹਨਾ ਪੈਂਦਾ ਹੈ ਕਿ ਐਮਪਲੋਇਰ ਚਾਹੁੰਦਾ ਕੀ ਹੈ ਔਰ ਆਪਣਾ ਕਵਰ ਲੈਟਰ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਚੇਂਜ ਕਰਨਾ ਪੈਂਦਾ। ਬਹੁਤ ਜ਼ਿਆਦਾ ਚੇਂਜ ਨਹੀਂ ਕਰਨਾ, ਥੋੜ੍ਹਾ ਜਿਹਾ ਕੋਈ ਪੈਰਾਗ੍ਰਾਫ ਉੱਤੇ, ਕੋਈ ਪੈਰਾਗ੍ਰਾਫ ਥੱਲੇ, ਕੋਈ ਸਕਿੱਲ ਜਿਹੜੀ ਤੁਸੀਂ ਮੈਂਸ਼ਨ ਕੀਤੀ ਹੈ ਉੱਤੇ, ਕੋਈ ਥੱਲੇ, ਇੱਦਾਂ ਥੋੜ੍ਹਾ ਜਿਹਾ ਚੇਂਜ ਕਰਨਾ ਪੈਂਦਾ। ਜੇ ਤੁਸੀਂ ਨਹੀਂ ਕਰੋਗੇ, ਜੇ ਤੁਸੀਂ ਸਿਰਫ ਕੱਟ ਪੇਸਟ ਵਾਲੀ ਅਪਰੋਚ ਇਖਤਿਆਰ ਕਰੋਗੇ, ਉਹ ਦੂਜਾ ਬੰਦਾ ਜਿਹੜਾ ਪੜ੍ਹ ਰਿਹਾ ਹੁੰਦਾ ਨਾ, ਜਿਹੜੇ ਬੰਦੇ ਨੇ 100 ਰੈਜ਼ਿਊਮੇ ਪੜ੍ਹੇ ਹੈ, ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਬਈ ਕਿਹੜਾ ਬੰਦਾ ਸਿਰਫ ਕੱਟ ਪੇਸਟ ਮਾਰ ਰਿਹਾ ਔਰ ਜੇ ਕਿਸੇ ਹੋਰ ਨੇ ਜ਼ਿਆਦਾ ਮਿਹਨਤ ਕੀਤੀ ਹੈ ਔਰ ਉਹਨਾਂ ਦਾ ਕਵਰ ਲੈਟਰ ਔਰ ਰੈਜ਼ਿਊਮੇ ਬੈਟਰ ਹੈ, ਤੁਹਾਡਾ ਰੈਜ਼ਿਊਮੇ ਕਿਸੇ ਨੇ ਨਹੀਂ ਉਹਦੇ ਉੱਤੇ ਐਕਸ਼ਨ ਲੈਣਾ। ਸੋ ਪਹਿਲੀ ਗੱਲ ਯਾਦ ਰੱਖੋ ਕਿ ਜਿਸ ਕੰਪਨੀ ਨੇ, ਜਿਸ ਹਾਇਰਿੰਗ ਮੈਨੇਜਰ ਨੇ ਐਡਵਰਟਾਈਜ਼ ਕੀਤਾ ਹੈ, ਉਹਨੇ ਆਪਣੀ ਲਾਈਫ ਸੌਖੀ ਕਰਨ ਲਈ ਐਡਵਰਟਾਈਜ਼ ਕੀਤਾ ਕਿ ਮੇਰੇ ਕੋਲ ਕੋਈ ਬੰਦਾ ਆਏਗਾ, ਮੈਂ ਹਾਇਰ ਕਰਾਂਗਾ, ਉਹ ਸਾਡੀ ਜਾਂ ਤਾਂ ਸੇਲਸ ਵਧਾ ਸਕਦਾ ਜਾਂ ਸਾਡੀ ਕੰਪਨੀ ਦਾ ਕਾਸਟ ਰਿਡਿਊਸ ਕਰ ਸਕਦਾ ਹੈ। ਉਹ ਚਾਹੁੰਦਾ ਹੈ ਕਿ ਬਈ ਦਿਖਾਓ ਮੈਨੂੰ ਇਹੋ ਜਿਹਾ ਕੰਮ ਤੁਸੀਂ ਪਾਸਟ ਵਿੱਚ ਕਦੀ ਕੀਤਾ ਹੈ, ਜੇ ਕੀਤਾ ਹੈ ਤੇ ਕਿੱਦਾਂ ਦੇ ਰਿਜ਼ਲਟ ਸੀਗੇ। ਜੇ ਤੁਹਾਡੇ ਕੋਲ ਨਹੀਂ ਐਕਸਪੀਰੀਅੰਸ ਫਿਰ ਤੇ ਟਫ ਹੈਗਾ, ਕਮ ਸੇ ਕਮ ਤੁਸੀਂ ਇਹੀ ਦਿਖਾ ਦਿਓ ਕਿ ਸ਼ਾਇਦ ਤੁਸੀਂ ਕੋਈ ਸਕੂਲ ਵਿੱਚ ਆਪਣੇ ਆਪ ਕੋਈ ਪ੍ਰੋਜੈਕਟ ਇਹੋ ਜਿਹਾ ਕੀਤਾ ਜਿਹੜਾ ਮਿਲਦਾ ਜੁਲਦਾ, ਇਸ ਕਰਕੇ ਸ਼ਾਇਦ ਐਮਪਲੋਇਰ ਤੁਹਾਨੂੰ ਚਾਂਸ ਦੇਵੇ। ਐਂਡ ਓਬਵੀਅਸਲੀ ਤੁਸੀਂ ਇਹੋ ਜਿਹੇ ਸੌਫਟਵੇਅਰ ਜਾਂ ਪੈਕੇਜ ਜਾਂ ਟੂਲ ਜਾਂ ਕੁਝ ਯੂਜ਼ ਕੀਤੇ ਨੇ ਜਿਹੜੇ ਜੌਬ ਵਿੱਚ ਚਾਹੀਦੇ ਆ, ਉਹ ਜ਼ਰੂਰ ਮੈਂਸ਼ਨ ਕਰਨੇ ਚਾਹੀਦੇ। ਸੋ ਮੈਂ ਤੁਹਾਨੂੰ ਨੈਕਸਟ ਪੇਜ ਤੇ ਦਿਖਾਵਾਂਗਾ ਇੱਕ ਜੌਬ ਪੋਸਟਿੰਗ ਔਰ ਤੁਹਾਨੂੰ ਇੱਕ ਕਵਰ ਲੈਟਰ ਜਾਂ ਈਮੇਲ ਲਿਖਣਾ ਪਏਗਾ ਦਿਖਾਉਣ ਲਈ ਕਿ ਬਈ ਉਹ ਜੌਬ ਪੋਸਟਿੰਗ ਲਈ ਤੁਸੀਂ ਬਿਲਕੁਲ ਫਿੱਟ ਕਿੱਦਾਂ ਬੈਠਦੇ ਹੋ। ਇਸ ਚੀਜ਼ ਦੇ ਨਾਲ ਮੈਂ ਚਾਹੁੰਦਾ ਕਿ ਤੁਸੀਂ ਪ੍ਰੈਕਟਿਸ ਕਰੋ ਕਿ ਕਵਰ ਲੈਟਰ ਵਗੈਰਾ ਕਿੱਦਾਂ ਲਿਖਣਾ। ਸੋ ਇਹ ਇੱਕ ਸੈਂਪਲ ਜੌਬ ਹੈ ਜਿਹੜੀ ਮੈਂ ਇੱਕ ਵੈਬਸਾਈਟ ਤੋਂ ਲਿੱਤੀ ਸੀਗੀ ICICI ਬੈਂਕ ਲਈ, ਜਿਹੜੀ ਕਿ ਮੁਕਤਸਰ ਵਿੱਚ ਉਹਨਾਂ ਨੇ ਕੋਈ ਜੌਬ ਆਨਲਾਈਨ ਐਡਵਰਟਾਈਜ਼ਮੈਂਟ ਵਿੱਚ ਜੌਬ ਦਿੱਤੀ ਸੀਗੀ। ਮੈਂ ਉੱਥੋਂ ਕਾਪੀ ਪੇਸਟ ਕਰਕੇ ਇੱਥੇ ਲਗਾਈ ਹੈ। ਇੱਥੇ ਬੇਸ਼ੱਕ ਤੁਸੀਂ ਵੀਡੀਓ ਪੌਜ਼ ਕਰਕੇ ਦੇਖੋ ਕਿ ਉਹ ਕੀ ਮੰਗ ਰਹੇ ਨੇ। ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਰਿਵਿਊ ਕਰਾਂਗਾ ਕਿ ਜੌਬ ਵਿੱਚ ਉਹ ਕੀ ਮੰਗ ਰਹੇ। ਓਕੇ, ਸੋ ਉਹ ਮੰਗ ਰਹੇ ਨੇ ਕਿ ਪਹਿਲੀ ਚੀਜ਼ ਜਿਹੜੀ ਉਹ ਮੰਗ ਰਹੇ ਹੈ ਕਿ ਉਹਨਾਂ ਨੂੰ ਬੈਕ ਆਫਿਸ ਲਈ ਐਮਪਲੋਈ ਚਾਹੀਦੇ ਨੇ।
बैक ऑफिस का मतलब होंदा है जिद्दां डॉक्यूमेंटेशन पूरी करनी, एडमिन काइंड ऑफ वर्क कि भाई फलाने अकाउंट ਲਈ सारा कुछ क्लाइंट ने दिता है कि नहीं दिता है, सो इदां दा काम उन्होंने चाहिए। ठीक है, ओके। फिर अपना दूजा वो कहते ने कि ओके ਜਿਹੜੇ कैंडिडेट इंटरस्टिड हैगे है वो वॉक इन इंटरव्यू ਲਈ आ सकते हैं। ओके, सो वॉक इन इंटरव्यू का मतलब समझो, ਜਿਹੜੀ चीज़ ਤੁਹਾਨੂੰ नहीं समझ आती ना, सब तो आसान चीज़ है कि ਉਹਨੂੰ गूगल करो और फिर ਉਹਨੂੰ गूगल ट्रांसलेट ਦੇ ਨਾਲ ਤੁਸੀਂ ਪੰਜਾਬੀ ਵਿੱਚ ਵੀ ਸਮਝ ਸਕਦੇ ਹੋ। सो फॉर एग्जांपल ਜੇ वॉक इन इंटरव्यू है तो ਤੁਸੀਂ टाइप कर सकते हो व्हाट इज़ ए वॉक इन इंटरव्यू। Okay, the जवाब की आंदा है, one of the many answers is कि a walk-in interview is like an informal meet and greet session that is arranged by companies for interviewing a bunch of people in a short time. So ठीक है, ਇਹਦਾ मतलब है बेसिकली एक ਥਾਂ से 10-15 बच्चे आंदे हैं और कंपनी फटाफट हर बच्चे ਦੇ ਨਾਲ 20 odd minutes spend करती है और फिर देख लेंदी है कि भाई ਇਹਨਾਂ ਵਿੱਚੋਂ ਸਾਨੂੰ ਕੋਈ ਇੰਟਰਸਟਿਡ ਹੈ ਕਿ ਨਹੀਂ ਔਰ ਬਾਅਦ ਵਿੱਚ ਅਸੀਂ ਜਾ ਕੇ ਦੁਬਾਰਾ ਗੱਲ ਕਰਾਂਗੇ। ਜੇ ਤੁਹਾਡੀ ਇੰਗਲਿਸ਼ ਵੀਕ ਹੈ ਔਰ ਸ਼ਾਇਦ ਤੁਹਾਨੂੰ ਇਹ मतलब नहीं है ना क्लीयर है कि की मतलब है, तुसी जाओ गूगल ट्रांसलेट ते और असी ओके ਇਹਦੇ ਵਿੱਚ ਇਹ ਕਹਿ ਰਿਹਾ ਕਿ ਪੰਜਾਬੀ ਟੂ ਇੰਗਲਿਸ਼ ਨਹੀਂ, ਸਾਨੂੰ ਉਲਟਾ ਕਰਨਾ ਹੈ ਇੰਗਲਿਸ਼ ਟੂ ਪੰਜਾਬੀ। ਸੋ ਇੱਥੇ ਪਾਓ ਇੰਗਲਿਸ਼, ਇਹ ਆ ਗਈ ਪੰਜਾਬੀ। नाउ ऑब्वियसली गूगल ट्रांसलेट ਦੀ ਜਿਹੜੀ ट्रांसलेशन है 100% नहीं है, बट फिर भी ਤੁਹਾਨੂੰ आइडिया हो जाता है कि मतलब कॉन्फर्मेशन हो जाती है कि एक चाहते की मंग रहे हैं। ठीक है, and back to present mode। ओके, फिर अगे जॉब एड दे विच दसदा है कि भाई जॉब रोल इज बैंक ऑफिस एग्जीक्यूटिव फील्ड वर्कर। ओके, फील्ड वर्कर इन द सेंस कि भाई शायद जाके लोगों तो कहना पैना फलाने दे घर जाना पैना कस्टमर दे के जी तुसी ये वाला डॉक्यूमेंट भूल गए, मैं किन्ने बजे केड़ी तरीक नूं आवां एटसेट्रा एटसेट्रा। और क्वालिफिकेशन ਇਹਦੇ ਵਿੱਚ 10ਵੀਂ 12ਵੀਂ ਪਾਸ बीकॉम एमकॉम ਤੋਂ ਲੈ ਕੇ पोस्ट ग्रेजुएट तक ਉਹ बैंक ਜਿਹੜਾ ਹੈਗਾ ਹਾਇਰ ਕਰਨ ਲਈ ਤਿਆਰ ਹੈ, ਕੋਈ ਖਾਸ ਐਕਸਪੀਰੀਅੰਸ ਨਹੀਂ ਹੈ। तनख्वाह जी महीने की तनख्वाह हैगी है बिटवीन 15,000 and 43,000 है और जॉब जी अपॉर्चुनिटी सारी जगह अक्रॉस इंडिया और मुक्तसर में भी हैगी है डिपेंडिंग ऑन अवेलेबिलिटी। डिपेंडिंग ऑन अवेलेबिलिटी का मतलब है कि हो सकता है कि अज उन्होंने को एक बंदे की लोड़ है, अगले महीने 3 होए, फिर कुछ 4 महीने के बाद उन्होंने किसी बंदे की लोड़ नहीं, फिर 8 महीने के बाद कोई छड़ के चला गया। सो कहता कोई फिक्स्ड रिक्वायरमेंट नहीं है। तो मतलब हो सकता है कि सिर्फ रिज्यूमे इकट्ठे कर रहे हैं क्योंकि उन्होंने पता नहीं है कि कदों उन्होंने लोड़ पाए। ओके, अगे जाके वो कहते हैं कि एप्लीकेंट्स वांट टू जॉइन इन कोटकपूरा रोड मुक्तसर दे शुड नो ICICI बैंक जॉब डिस्क्रिप्शन। ओके, हाँ उन्होंने पता करना है, कंपनी चाहती है कि जड़ा पॉसिबल एम्प्लॉई है उन्होंने पता होए हाउ टू मैनेज ओवरऑल बैंकिंग फाइनेंशियल ऑपरेशंस एंड accounting work, adhere to prescribed TAT SLA for financial products। TAT की है मैंने आप नहीं पता, SLA मैंने पता है कि सर्विस लेवल एग्रीमेंट, यानी कि फलाने अकाउंट का जोड़ा हैगा अकाउंट ओपनिंग फॉर्म ਉਹਦਾ काम 24 घंटे ਵਿੱਚ ਹੋਣਾ ਚਾਹੀਦਾ। सो 24 घंटे फॉर एग्जांपल 24 आवर्स वो होएगा SLA। prepare KYCs, KYC बैंकिंग ਵਿੱਚ ਹੁੰਦਾ ਹੈ know your customer, MIS management information system and BRS reports। ओके, ਹੁਣ दो चीज़ां हैगियां TAT/SLA and BRS reports ਜਿਹੜੀਆਂ कि मैंने नहीं पता, वो जितना मैं तरीका दिखाया है वो असी देख सकते हैं। सो पहला असी TAT SLA टाइप करते हैं, what is a TAT/SLA। जैसे सिर्फ TAT लिख दे हो सकता है कि गूगल को ना पता चले कि TAT की होता है। सो सर्विस लेवल एग्रीमेंट जो मैं क्या सका SLA वो तो बिल्कुल ठीक है। ओके, सो TAT इज टर्न अराउंड टाइम, यानी कि जे मैं कोई एक्टिविटी किसी को दवा वो किन्ने घंटे विच पूरी की जा सकती है टर्न अराउंड टाइम विच। ठीक है, सो अगेन जे थानू ਇਹਦਾ पंजाबी विच ट्रांसलेशन देखनी है ਇਹਨੂੰ करो कॉपी, वापस जाओ इत्थे सेवा पधारा समझौता कुछ ऐदा हैगा जिहड़ा कि मे बी इट मेक्स सेंस इन पंजाबी एंड TAT का थानू पता ही है।
So if I go back here, the other thing was BRS. MIS या BRS जे रिपोर्ट लिखी ना, फिर गूगल में शायद पता चल जाएगा कि बेसिक की चाहने। नो, BRS कन्वेंशन, it could be biennial reporting system, साल विच 2 बार biennial। BRS कन्वेंशन की है ਜੇ ਤਾਂ ਤੁਸੀਂ ਕਦੀ ਵੈਬ ਦੇ ਕਿਸੇ ਪੇਜ ਤੇ ਆ ਜਾਓ ਤੇ ਉੱਥੇ ਕਾਫੀ ਕੁਝ ਲਿਖਿਆ ਹੈ ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੜਾ ਵਰਡ ਢੂੰਡ ਰਹੇ ਹੋ, ਤੁਸੀਂ ਟਾਈਪ ਕਰੋ ਕੰਟਰੋਲ F ਔਰ ਇਹਦੇ ਵਿੱਚ ਪਾ ਦਿਓ BRS। ਜਦੋਂ ਤੁਸੀਂ ਐਂਟਰ ਮਾਰੋਗੇ ਉਹ ਤੁਹਾਨੂੰ ਦੁਬਾਰਾ ਉੱਥੇ ਲੈ ਜਾਂਦਾ ਜਿੱਥੇ ਨੈਕਸਟ BRS ਹੈਗਾ ਐਂਡ ਇਟ ਫਾਈਂਡਸ BRS। ਓਕੇ, that doesn't help। MIS BRS in Tally and Excel। so कोई ਇਹਦੇ ਵਿੱਚ ਰਿਪੋਰਟ ਹੈਗੀ ਹੈ MIS, देखो आ गया BRS report। No, that doesn't help। okay, BRS report definition। बैंक रिकनसिलिएशन स्टेटमेंट। ओके, ਹੁਣ ਬੈਂਕ ਰਿਕਨਸਿਲੀਏਸ਼ਨ ਸਟੇਟਮੈਂਟ ਕੀ ਹੈਗੀ ਹੈ? ਉਹ ਬੇਸਿਕਲੀ ਇੱਕ ਸਟੇਟਮੈਂਟ ਹੈ ਜਿਹਦੇ ਵਿੱਚ ਜੇ ਬਿਜ਼ਨਸ ਕਹਿੰਦਾ ਹੈ ਕਿ ਬਈ ਹਰ ਰੋਜ਼ ਮੇਰੀ ਇੰਨੀ ਵਿਕਰੀ ਹੋਈ, ਮੈਂ ਸਾਰੇ ਪੈਸੇ ਬੈਂਕ ਵਿੱਚ ਪਾਏ ਤੇ ਮੇਰੇ ਇੰਨੇ ਪੈਸੇ ਬੈਂਕ ਵਿੱਚ ਹੋਣੇ ਚਾਹੀਦੇ ਨੇ। ਫਿਰ ਇੱਕ ਹੋ ਗਿਆ, ਸਮਝ ਲਓ ਤੁਸੀਂ ਦੁਕਾਨ ਦਾ ਖਾਤਾ ਜਿਹਦੇ ਵਿੱਚ ਸਾਰੇ ਰਿਕਾਰਡ ਹੈ। ਫਿਰ ਤੁਸੀਂ ਲਓ ਆਪਣੇ ਬੈਂਕ ਦੀ ਸਟੇਟਮੈਂਟ, ਕੰਪਨੀ ਦਾ ਅਕਾਊਂਟ, ਔਰ ਉਹਦੇ ਦੋਨਾਂ ਨੂੰ ਮੈਚ ਕਰੋ, ਸਾਰੀਆਂ ਐਂਟਰੀਜ਼ ਮੈਚ ਹੋਣੀਆਂ ਚਾਹੀਦੀਆਂ। ਹੋ ਸਕਦਾ ਹੈ ਕਿ ਦਿਨ ਦਾ ਫਰਕ ਹੋਏ, ਬਿਕੋਜ਼ ਮੇਬੀ ਤੁਸੀਂ ਜਿਹੜਾ ਡਿਪੋਜ਼ਿਟ ਸੈਟਰਡੇ ਜਾਂ ਸੰਡੇ ਨੂੰ ਪਾਉਂਦੇ ਹੋ ਉਹ ਮੰਡੇ ਨੂੰ ਕ੍ਰੈਡਿਟ ਹੁੰਦਾ ਹੈ, ਜਾਂ ਇੱਦਾਂ ਕੁਛ ਡੇਟ ਔਰ ਟਾਈਮ ਦਾ ਥੋੜ੍ਹਾ ਜਿਹਾ ਫਰਕ ਪੈ ਸਕਦਾ ਹੈ। ਬਟ ਬਾਏ ਐਂਡ ਲਾਰਜ ਮੋਟੇ ਤੌਰ 'ਤੇ ਤੁਸੀਂ ਜਿਹੜੇ ਪੈਸੇ ਪਾਏ ਨੇ ਜਿਹੜਾ ਪੈਸੇ ਪਾਏ ਆਪਣੀ ਬਿਜ਼ਨਸ ਤੋਂ ਜਾਂ ਐਮਪਲੋਇਰ ਤੋਂ, ਜਿਹੜਾ ਦਿਖਾ ਰਿਹਾ ਕਿ ਬਈ ਅਸੀਂ ਬੈਂਕ ਨੂੰ ਭੇਜੇ, ਬੈਂਕ ਦੀ ਸਟੇਟਮੈਂਟ ਵਿੱਚ ਉਹ ਪੈਸੇ ਐਜ਼ ਇਨਕਮਿੰਗ ਡਿਪੋਜ਼ਿਟ ਦਿਖਣੇ ਚਾਹੀਦੇ ਨੇ। ਸੋ ਕਿਸੇ ਵੀ ਜੌਬ 'ਤੇ ਅਪਲਾਈ ਕਰਨ ਤੋਂ ਪਹਿਲਾਂ ਮਤਲਬ ਇੰਨੀ ਬਾਰੀਕੀ ਦੇ ਨਾਲ ਸਾਰਾ ਕੁਝ ਪੜ੍ਹੋ, ਕਿਉਂਕਿ ਜੇ ਤੁਸੀਂ ਸਿਲੈਕਟ ਹੋ ਗਏ ਇਹ ਤੁਹਾਡੇ ਕੰਮ ਆਏਗਾ, ਜੇ ਤੁਸੀਂ ਨਹੀਂ ਸਿਲੈਕਟ ਹੋਏ ਇਸ ਵਾਰੀ ਕੋਈ ਗੱਲ ਨਹੀਂ, ਅਗਲੀ ਵਾਰ ਤੁਹਾਡੇ ਕੰਮ ਆਏਗਾ। ਔਰ ਨੌਲੇਜ ਤੁਹਾਨੂੰ ਵਧਾਉਣੀ ਚਾਹੀਦੀ ਹੈ ਹਮੇਸ਼ਾ ਹਮੇਸ਼ਾ ਹਮੇਸ਼ਾ, ਐਵਰੀ ਸਿੰਗਲ ਟਾਈਮ। ਜੇ ਮੈਂ ਹੁੰਦਾ ਔਰ ਜੇ ਮੈਂ ਇਸ ਚੀਜ਼ ਲਈ ਅਪਲਾਈ ਕਰ ਰਿਹਾ ਹੁੰਦਾ ਔਰ ਮੇਰਾ ਅਕਾਊਂਟ ICICI ਬੈਂਕ ਵਿੱਚ ਨਹੀਂ ਹੈ, ਮੈਂ ਜਾ ਕੇ ਵੈਸੇ ਹੀ ICICI ਬੈਂਕ ਜਾਂਦਾ ਉਹਨਾਂ ਦੀ ਬ੍ਰਾਂਚ ਵਿੱਚ ਔਰ ਦੇਖਦਾ ਕਿਹੜੇ ਪ੍ਰੋਡਕਟਸ ਆਫਰ ਕਰਦੇ ਆ, ਕੀ ਅੱਜ ਕੱਲ੍ਹ ਹੋ ਰਿਹਾ ਹੈ, ਕੀ ਉਹ ਮੰਗਦੇ ਆ ਡਾਕੂਮੈਂਟੇਸ਼ਨ ਵਿੱਚ, ਕੀ ਇੰਟਰਸਟ ਰੇਟ ਹੈ, ਕੀ ਲੋਨ ਲਈ ਕੀ ਪ੍ਰੋਸੀਜਰ ਹੈ, ਉਹ ਸਾਰਾ ਕੁਝ ਆਪ ਪਤਾ ਕਰੋ। ਬਿਕੋਜ਼ ਤੁਸੀਂ ਆਪਣੇ ਆਪ ਨੂੰ ਐਜ਼ ਏ ਕਸਟਮਰ ਜਦੋਂ ਤੁਸੀਂ ਸਮਝੋਗੇ ਕਿ ਬਈ ਕੀ ਡਾਕੂਮੈਂਟੇਸ਼ਨ ਵਗੈਰਾ ਮੰਗੀ ਜਾ ਰਹੀ ਹੈ, ਜਦੋਂ ਤੁਸੀਂ ਬੈਂਕ ਵਿੱਚ ਹੋਗੇ ਫਿਰ ਤੁਹਾਨੂੰ ਬੈਟਰ ਆਈਡੀਆ ਹੋਏਗਾ ਕਿ ਬਈ ਕੀ ਮਿਸਿੰਗ ਹੈ, ਕੀ ਚਾਹੀਦਾ ਹੈ, ਕੀ ਐਪਲੀਕੇਬਲ ਹੈ, ਕੀ ਨਹੀਂ, ਕਿਸ ਡਾਕੂਮੈਂਟ ਦੀ ਨਹੀਂ ਜ਼ਰੂਰਤ, ਐਟਸੈਟਰਾ ਐਟਸੈਟਰਾ। ਠੀਕ ਹੈ, ਓਕੇ। ਹੁਣ ਤੁਸੀਂ ਪ੍ਰੋਪਰਲੀ ਸਾਰਾ ਕੁਝ ਪੜ੍ਹ ਲਿਆ ਕਿ ਕੀ ਜ਼ਰੂਰੀ ਹੈ ਜੌਬ ਦੇ ਲਈ। ਠੀਕ ਹੈ, ਹੁਣ ਤੁਸੀਂ ਪ੍ਰੈਕਟਿਸ ਕਰੋ, ਬੇਸ਼ੱਕ ਵੀਡੀਓ ਪੌਜ਼ ਕਰ ਦਿਓ ਔਰ ਇੱਕ ਕਵਰ ਲੈਟਰ ਲਿਖੋ, ਜਾਂ ਤੇ ਗੂਗਲ ਡਾਕ ਵਿੱਚ ਜਾਂ MS ਵਰਡ ਦੇ ਵਿੱਚ, whatever is your choice। ਆਈਡੀਅਲੀ ਦੋਨਾਂ ਵਿੱਚ ਪ੍ਰੈਕਟਿਸ ਕਰੋ। ਔਰ ਕਵਰ ਲੈਟਰ ਇੱਦਾਂ ਦਾ ਹੋਣਾ ਚਾਹੀਦਾ ਕਿ ਬਈ ਜਿਹੜਾ ਬੰਦਾ ਪੜ੍ਹ ਰਿਹਾ ਉਹ ਕਹੇ ਕਿ ਹਾਂ ਜੀ ਅਸੀਂ ਕਿਹਾ ਸੀਗਾ ਸਾਨੂੰ ਇਹ ਆਈਟਮ ਚਾਹੀਦੇ ਨੇ ਇੱਕ ਐਪਲੀਕੈਂਟ ਦੇ ਵਿੱਚ, ਔਰ ਤੁਸੀਂ ਦਿਖਾਓ। ਸੋ ਯਾਦ ਕਰੋ, ਉਹਨਾਂ ਨੇ ਕਿਹਾ ਸੀਗਾ ਕਿ 10ਵੀਂ ਤੋਂ ਲੈ ਕੇ MBA ਤੱਕ, PhD ਤੱਕ ਕੋਈ ਵੀ ਹੋ ਸਕਦਾ। ਸੋ ਤੁਹਾਡੀ ਐਜੂਕੇਸ਼ਨ ਮੈਂਸ਼ਨ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਤੁਹਾਨੂੰ ਓਵਰਆਲ ਬੈਂਕਿੰਗ ਦਾ ਕੁਛ ਆਈਡੀਆ ਚਾਹੀਦਾ ਕਿ ਬਈ ਇਹੋ ਜਿਹਾ ਬੰਦਾ ਹੋਏ ਜਿਹਨੇ ਓਵਰਆਲ ਫਾਈਨੈਂਸ਼ੀਅਲ ਆਪਰੇਸ਼ਨਸ ਐਂਡ ਅਕਾਊਂਟਿੰਗ ਵਰਕ ਕੀਤਾ ਹੋਏ। ਇਹਦੇ ਵਿੱਚੋਂ ਜੇ ਤੁਸੀਂ ਇੱਕ ਵੀ ਚੀਜ਼ ਕੀਤੀ ਹੈ ਉਹ ਮੈਂਸ਼ਨ ਕਰੋ। adhere to prescribed turnaround time SLAs for trade financial products। ਜੇ ਤੁਸੀਂ ਵਰਕ ਐਕਸਪੀਰੀਅੰਸ ਹੈਗਾ ਤੁਹਾਡਾ ਕਿਸੇ ਵੀ ਟਰਨ ਟਾਈਮ ਜਾਂ SLA ਰਿਲੇਟਡ ਡਾਇਮੈਂਸ਼ਨ ਦੇ ਨਾਲ, ਜੇ ਤੁਸੀਂ ਕੋਈ ਚੀਜ਼ਾਂ ਪ੍ਰੋਜੈਕਟ ਮੈਨੇਜਮੈਂਟ ਕੀਤੀਆਂ ਜਿਹਦੇ ਵਿੱਚ ਕਿਸੇ ਨੇ ਕਿਹਾ ਹੋਏ ਕੋਈ ਇਹ ਕੰਮ every 48 ਆਵਰਸ ਹੋਣਾ ਚਾਹੀਦਾ ਔਰ ਤੁਸੀਂ ਕਿਸੇ ਤਰ੍ਹਾਂ ਉਹ ਪ੍ਰੋਜੈਕਟ ਮੈਨੇਜ ਕੀਤਾ ਹੈ 3 ਮਹੀਨੇ ਲਈ, 6 ਮਹੀਨੇ ਲਈ, ਬੇਸ਼ੱਕ ਉਹ ਫਾਈਨੈਂਸ਼ੀਅਲ ਦੇ ਨਾਲ ਰਿਲੇਟਡ ਨਹੀਂ ਹੈ, ਫਿਰ ਵੀ ਤੁਸੀਂ
वो कर सकते हो, रिलेट कर सकते हो कि भाई आई हैव प्रोजेक्ट मैनेज समथिंग ऑन दिस इन दिस बेसिस एंड सो ऑन एंड सो फोर्थ। नॉलेज ऑफ सम बैंकिंग टर्म्स, ਜੇ ਤੁਹਾਡਾ ਪਰਸਨਲ ਬੈਂਕ ਅਕਾਊਂਟ ਹੈ, ਜੇ ਤੁਸੀਂ ਆਪ ਐਫਡੀ ਕਰਵਾਏ ਹੈ ਜਾਂ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਦੇ ਹੋ ਜਾਂ ਲੋਨ ਲਿੱਤੇ ਹੋਏ ਹੈ ਬੈਂਕ ਵਿੱਚ ਆਪਣੇ ਨਾਮ ਤੋਂ, ਤੇ ਤੁਸੀਂ ਦੱਸ ਸਕਦੇ ਹੋ ਤਾਂ ਕਿ ਜਿਹੜਾ ਬੰਦਾ ਪੜ੍ਹ ਰਿਹਾ ਹੈ ਉਹਨੂੰ ਇਹ ਹੋਏ ਕਿ ਹਾਂ ਬਈ ਹਰ ਐਵੇਂ ਜਿਹੜਾ ਕੋਈ 12ਵੀਂ ਪਾਸ ਬੀਕਾਮ ਪਾਸ ਹੈ ਉਹ ਆ ਗਿਆ ਹੈ ਲੇਕਿਨ ਉਹਨੂੰ ਫਾਈਨੈਂਸ ਦੀ ਕੋਈ ਨੌਲੇਜ ਨਹੀਂ ਹੈ। ਸੋ ਜਦੋਂ ਉਹ ਤੁਹਾਡੀ ਐਪਲੀਕੇਸ਼ਨ ਕਿਸੇ ਹੋਰ ਐਪਲੀਕੇਸ਼ਨ ਦੇ ਨਾਲ ਕੰਪੇਅਰ ਕਰੇਗਾ ਤੇ ਉਹ ਬੰਦਾ ਸੋਚੇਗਾ ਹਾਂ ਬਈ ਜਿਹੜੇ ਬੰਦੇ ਨੂੰ ਕਮ ਸੇ ਕਮ ਬੈਂਕਿੰਗ ਦਾ ਥੋੜ੍ਹਾ ਬਹੁਤੀ ਨੌਲੇਜ ਹੈਗੀ ਹੈ ਉਹ ਪ੍ਰੈਫਰ ਕਰੇਗਾ ਉਸ ਕੈਂਡੀਡੇਟ ਨੂੰ। ਸੋ ਲਾਈਕ ਆਈ ਸੈਡ, ਇੱਥੇ ਤੁਸੀਂ ਵੀਡੀਓ ਪੌਜ਼ ਕਰਕੇ ਆਪਣਾ ਕਵਰ ਲੈਟਰ ਲਿਖ ਸਕਦੇ ਹੋ। ਓਕੇ ਜੀ, ਹੁਣ ਜੇ ਤੁਸੀਂ ਕਵਰ ਲੈਟਰ ਲਿਖਿਆ ਹੈ ਤੇ ਹੁਣ ਤੁਸੀਂ ਕੰਪੇਅਰ ਕਰ ਸਕਦੇ ਹੋ ਜਿਹੜਾ ਕਵਰ ਲੈਟਰ ਫॉर ਐਗਜ਼ਾਮਪਲ ਅਸੀਂ ਲਿਖਿਆ ਹੈ ਐਜ਼ ਅ ਸੈਂਪਲ ਪ੍ਰੋਵਾਈਡ ਕੀਤਾ। ਓਕੇ, ਪਹਿਲਾਂ ਤਾਂ ਜੀ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਜੌਬ ਲਈ ਅਪਲਾਈ ਕਰ ਰਹੇ ਹੋ, ਠੀਕ ਹੈ। ਇਹ ਜਿਹੜਾ ਜੋ ਵੀ ਜੌਬ ਔਰ ਲੋਕੇਸ਼ਨ ਹੈ, ਮੇਕ ਸ਼ੋਰ ਕਿ ਇਹ ਜਿਹੜੇ ਟਾਈਟਲ ਵਗੈਰਾ ਹੈਗੇ ਇਹ ਸਭ ਐਡਵਰਟਾਈਜ਼ਮੈਂਟ ਤੋਂ ਐਗਜ਼ੈਕਟਲੀ ਉੱਦਾਂ ਹੀ ਤੁਸੀਂ ਕਾਪੀ ਕਰ ਰਹੇ ਹੋ। ਫਿਰ ਤੁਸੀਂ ਦੱਸ ਸਕਦੇ ਹੋ ਕਿ ਬਈ ਤੁਸੀਂ ਬੀਕਾਮ ਆਲਰੇਡੀ ਕੀਤੀ ਹੋਈ ਹੈ, ਕਿਹੜੇ ਸਾਲ ਕੀਤੀ ਹੈ। ਤੁਸੀਂ ਆਲਰੇਡੀ ਦੱਸ ਰਹੇ ਹੋ ਕਿ ਵੀ ਮੈਨੂੰ ਆਈਟੀ ਦਾ ਕੋਈ ਤੁਸੀਂ ਕੋਰਸ ਕੀਤਾ, ਬਹੁਤ ਵਧੀਆ ਗੱਲ ਹੈ। ਤੁਸੀਂ ਸ਼ਾਇਦ ਕਿਸੇ ਸਕੂਲ ਦੇ ਵਿੱਚ ਐਡਮਿਸ਼ਨ ਅਸਿਸਟੈਂਟ ਹੋ, ਸੋ ਆਲਰੇਡੀ ਉਹਨਾਂ ਦੇ ਦਿਮਾਗ 'ਚ ਆਏਗਾ ਹਾਂ ਬਈ ਬਹੁਤ ਵਧੀਆ ਗੱਲ ਹੈ, ਕਿਉਂਕਿ ਜੇ ਕਿਸੇ ਸਕੂਲ ਵਿੱਚ ਐਡਮਿਸ਼ਨ ਦੇ ਅਸਿਸਟੈਂਟ ਹੈ ਦੈਟ ਮੀਨਸ ਉਹ ਪੇਰੈਂਟਸ ਨਾਲ ਡੀਲ ਕਰਦੇ ਹੈ ਕਿ ਬਈ ਫੀਸ ਦੇ ਦਿੱਤੀ ਨਹੀਂ ਦੇ ਦਿੱਤੀ ਐਟਸੈਟਰਾ ਐਟਸੈਟਰਾ। ਸੋ ਆਲਰੇਡੀ ਥੋੜ੍ਹਾ ਜਿਹਾ ਬੈਂਕ ਰੀਕਨਸੀਲੀਏਸ਼ਨ ਫਾਈਨੈਂਸ ਦਾ ਤੁਸੀਂ ਹਿੰਟ ਛੱਡ ਰਹੇ ਹੋ। ਔਰ ਲਾਸਟ ਵਿੱਚ ਤੁਸੀਂ ਕਹਿ ਦਿਓ ਕਿ ਬਈ ਕੰਪਨੀ ਦਾ ਜਾਂ ਸਕੂਲ ਦਾ ਜਾਂ ਜਿੱਥੇ ਵੀ ਤੁਸੀਂ ਕੰਮ ਕਰਦੇ ਸੀਗੇ ਉਹਨਾਂ ਦਾ ਬੈਂਕ ਅਕਾਊਂਟ ਫਲਾਣੇ ਬੈਂਕ ਅਕਾਊਂਟ ਨਾਲ ਹੈ ਔਰ ਤੁਸੀਂ ਹਰ ਹਫਤੇ ਅਕਾਊਂਟ ਰੀਕਨਸੀਲੀਏਸ਼ਨ BRS ਕਰਦੇ ਹੋ। ਇਨਫੈਕਟ ਹੁਣ ਜੇ ਮੈਂ ਸੋਚਾਂ ਮੈਂ ਇੱਥੇ ਸ਼ਾਇਦ ਬੈਂਕ ਅਕਾਊਂਟ ਰੀਕਨਸੀਲੀਏਸ਼ਨ ਦੇ ਬਜਾਏ ਸਟੇਟਮੈਂਟ ਵੀ ਮੈਂ ਵਰਡ ਇੱਥੇ ਐਡ ਕਰਦਾ। ਔਰ ਫਿਰ ਤੁਸੀਂ ਕਹਿ ਸਕਦੇ ਹੋ ਕਿ ਬਈ ਐਡਮਿਸ਼ਨਸ ਅਸਿਸਟੈਂਟ ਦੇ ਨਾਲ ਨਾਲ ਮੈਂ ਸਾਰੇ ਬੈਂਕਿੰਗ ਟਰਮਸ ਐਂਡ ਪ੍ਰੋਸੀਜਰਸ ਨਾਲ ਡੀਲ ਕੀਤਾ ਹੈ ਐਟਸੈਟਰਾ ਐਟਸੈਟਰਾ। ਐਂਡ ਆ ਗਿਆ ਬਈ ਤੁਸੀਂ ਸਾਰਿਆਂ ਦੇ ਆਧਾਰ ਕਾਰਡ ਵੈਰੀਫਾਈ ਕਰਦੇ ਹੋ ਇਹ ਉਹ। ਇਹਦੇ ਨਾਲ ਜਿਹੜੀ KYC ਹੈਗੀ ਹੈ ਵਿਚ ਇਜ਼ ਅ ਵੈਰੀ ਇੰਪੋਰਟੈਂਟ ਕਨਸੈਪਟ ਇਨ ਬੈਂਕਿੰਗ। ਐਂਡ KYC ਦਾ ਮਤਲਬ ਮੈਨੂੰ ਪਤਾ ਹੈ ਬਟ ਮੈਂ ਚਾਹੁੰਦਾ ਕਿ ਤੁਸੀਂ ਅਗੇਨ ਗੂਗਲ ਵਾਲਾ ਦੇਖੋ। ਸੋ KYC ਇਜ਼ ਨੋ ਯੋਰ ਕਲਾਇੰਟ ਔਰ ਨੋ ਯੋਰ ਕਸਟਮਰ। ਇਹ ਸਾਰੀ ਦੁਨੀਆ ਵਿੱਚ ਹੈਗਾ ਹੈ। ਸੋ ਅਸੀਂ ਜੇ ਸਿਰਫ ਸਪੈਸੀਫਿਕਲੀ ਇੰਡੀਆ ਦੇ ਵਿੱਚ ਸਾਨੂੰ ਚਾਹੀਦਾ ਤੇ ਉਹਦੇ ਲਈ ਤੁਸੀਂ ਅਲੱਗ-ਅਲੱਗ ਵੈਬਸਾਈਟਸ ਤੇ ਜਾ ਕੇ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਯਾਦ ਦਿਲਾਣਾ ਚਾਹੁੰਦਾ ਕਿ ਇਹ ਜਿਹੜਾ KYC ਵਾ ਜਾਂ ਕੋਈ ਵੀ ਜਿਹੜੀ ਤੁਸੀਂ ਸਰਚ ਕਰਦੇ ਹੋ ਚੀਜ਼ ਉਹਦਾ ਆਨਸਰ ਜਿਹੜਾ ਇੱਥੇ ਆ ਰਿਹਾ ਹੈ ਨਾ ਉਹ ਗੂਗਲ ਦਾ ਬੈਸਟ ਆਨਸਰ ਹੈ ਔਰ ਜ਼ਰੂਰੀ ਨਹੀਂ ਕਿ ਗੂਗਲ ਹਮੇਸ਼ਾ ਸਹੀ ਹੋਏ। ਸੋ ਤੁਸੀਂ ਇਹ ਨਾ ਸਮਝੋ ਕਿ ਵੀ ਜੋ ਵੀ ਆਨਸਰ ਇੱਥੇ ਹੈ ਉਹ ਬੈਸਟ ਹੈ। ਉਹ ਕਮ ਸੇ ਕਮ 3-4 ਚੀਜ਼ਾਂ ਇੱਥੇ ਦੁਬਾਰਾ ਪੜ੍ਹੋ ਔਰ ਦੇਖਿਆ ਕਰੋ। ਓਵਰ ਟਾਈਮ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿੱਦਾਂ ਦੀ ਵੈਬਸਾਈਟ ਹੈ, ਕਿਹੜੀ ਵੈਬਸਾਈਟ ਹੈ, ਕਿਉਂਕਿ ਕਾਫੀ ਸਾਰੀ ਵੈਬਸਾਈਟਸ ਇੱਥੇ ਟੌਪ ਤੇ ਆ ਜਾਂਦੀਆਂ ਲੇਕਿਨ ਉਹਨਾਂ ਦੀ ਕੁਆਲਿਟੀ ਕੋਈ ਇੰਨੀ ਵਧੀਆ ਨਹੀਂ ਹੈ। ਹੌਲੀ ਹੌਲੀ ਜਿੰਨੀ ਤੁਸੀਂ ਵੈਬ ਤੇ ਇੰਟਰਨੈਟ ਤੇ ਗੂਗਲ ਤੇ ਸਰਚ ਕਰਨਾ ਜ਼ਿਆਦਾ ਕਰੋਗੇ ਉਹਨਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜੀ ਵੈਬਸਾਈਟ ਦੀ ਕੁਆਲਿਟੀ ਵਧੀਆ ਔਰ ਕਿਹਦੇ ਕੰਟੈਂਟ ਕਿਹਦਾ ਵਧੀਆ ਹੈ, ਕਿਹਦੇ ਉੱਤੇ ਜ਼ਿਆਦਾ ਐਤਬਾਰ ਕੀਤਾ ਜਾ ਸਕਦਾ। ਓਕੇ, ਸੋ ਅਸੀਂ ਆ ਗਏ ਵਾਪਸ ਇੱਥੇ ਔਰ ਸਾਰਾ ਕੁਝ ਕੰਪਲੀਟ ਕਰਕੇ ਤੁਸੀਂ ਆਪਣਾ ਨਾਮ ਫਲਾਣਾ ਟਮਕਾਣਾ ਔਰ ਇੱਥੇ ਇੱਕ ਚੀਜ਼ ਮੈਂ ਸ਼ਾਇਦ ਲੈਟਰ ਵਿੱਚ ਨਹੀਂ ਐਡ ਕੀਤੀ ਜਿਹੜੀ ਮੈਨੂੰ ਕਰਨੀ ਚਾਹੀਦੀ ਹੈ ਵਿਚ ਇਜ਼ ਕਿ I am also attaching my resume। ਇੱਥੇ ਲਾਸਟ ਵਿੱਚ ਹੋਣਾ ਚਾਹੀਦਾ ਐਂਡ I look forward to hearing from you। ਠੀਕ ਹੈ, ਸੋ ਤੁਸੀਂ ਰੈਜ਼ਿਊਮੇ ਵੀ ਹੁਣ ਦੇਤਾ, ਕਵਰ ਲੈਟਰ ਵੀ ਦੇਤਾ, ਐਕਸਲੈਂਟ। ਓਕੇ, ਸੋ ਇਸ ਸਟੈਪ ਤੇ ਜਿੱਦਾਂ ਮੈਂ ਕਿਹਾ ਕਿ ਤੁਸੀਂ 2-3 ਅਲੱਗ ਜੌਬਸ ਦੇਖੋ ਔਰ ਪ੍ਰੈਕਟਿਸ ਕਰੋ ਆਪਣਾ ਕਵਰ ਲੈਟਰ ਲਿਖਣਾ। ਔਰ ਯਾਦ ਰੱਖੋ ਜੀ ਕਿ ਜਦੋਂ ਤੁਸੀਂ ਕਵਰ ਲੈਟਰ ਗੂਗਲ ਡਾਕ ਜਾਂ MS ਵਰਡ ਵਿੱਚ ਲਿਖਦੇ ਹੋ ਇਹ ਦੋਨੋਂ ਜਿਹੜੀਆਂ ਸੌਫਟਵੇਅਰਸ ਹੈਗੀਆਂ ਇਹ ਸੁਜੈਸਟ ਕਰਦੀਆਂ ਔਰ ਤੁਹਾਡੀ ਗ੍ਰਾਮਰ ਲਈ ਕਰੈਕਸ਼ਨ ਸੁਜੈਸਟ ਕਰਦੀਆਂ, ਸਪੈਲਿੰਗ ਮਿਸਟੇਕਸ ਲਈ ਕਰੈਕਸ਼ਨ ਸੁਜੈਸਟ ਕਰਦੀਆਂ। ਰਿਵਿਊ ਕਰੋ ਕਿ ਬਈ ਉਹ ਹਰ ਸੁਜੈਸ਼ਨ ਠੀਕ ਹੈ ਕਿ ਨਹੀਂ। ਜਸਟ ਬਿਕਾਜ਼ ਗੂਗਲ ਡਾਕ ਜਾਂ MS ਵਰਡ ਨੇ ਕੋਈ ਸੁਜੈਸ਼ਨ ਦਿੱਤੀ ਹੈ ਜ਼ਰੂਰੀ ਨਹੀਂ ਹੈ ਕਿ ਉਹ ਬਿਲਕੁਲ ਠੀਕ ਹੋਵੇ। ਓਕੇ, ਹੁਣ ਅਸੀਂ ਕਵਰ ਲੈਟਰ ਵਾਲਾ ਸਟੈਪ ਪੂਰੀ ਤਰ੍ਹਾਂ ਕੰਪਲੀਟ ਕਰ ਲਿਆ। ਓਕੇ, ਹੁਣ ਅਸੀਂ EMPLOYER ਨੂੰ ਦਿਖਾਣਾ ਹੈ ਕਿ ਅਸੀਂ ਬਿਲਕੁਲ ਫਿਟ ਹੈਗੇ ਹਾਂ ਇਸ ਜੌਬ ਲਈ ਲੇਕਿਨ ਕਵਰ ਲੈਟਰ ਨਾਲ ਨਹੀਂ, ਰੈਜ਼ਿਊਮੇ ਦੇ ਨਾਲ। ਓਕੇ, ਸੋ ਤੁਹਾਡਾ ਜਿਹੜਾ ਰੈਜ਼ਿਊਮ ਹੈ ਨਾ ਉਹ ਬੇਸਿਕਲੀ ਇੱਕ ਸਟੇਟਮੈਂਟ ਹੈ
ਜਿਹੜੀ ਕਿ ਕਹਿੰਦੀ ਹੈ ਕਿ ਬਈ ਮੇਰੀਆਂ ਇਹ ਵਾਲੀਆਂ ਪ੍ਰੋਫੈਸ਼ਨਲ ਅਕੰਪਲਿਸ਼ਮੈਂਟਸ ਹੈਗੀਆਂ। ਉਹ ਪ੍ਰੋਫੈਸ਼ਨਲ ਅਕੰਪਲਿਸ਼ਮੈਂਟਸ ਐਜੂਕੇਸ਼ਨ ਹੋ ਸਕਦੇ ਹੈ, ਡਿਗਰੀ ਹੋ ਸਕਦੀ ਹੈ, ਕੋਰਸਿਸ ਹੋ ਸਕਦੇ ਹੈ। ਸੋ ਐਜੂਕੇਸ਼ਨ ਇਜ਼ ਵਨ ਬਿਗ ਕੈਟੇਗਰੀ। ਲੇਕਿਨ ਐਜੂਕੇਸ਼ਨ ਉੱਤੇ ਮੇਨ ਕੈਟੇਗਰੀ ਤਾਂ ਹੋਣੀ ਚਾਹੀਦੀ ਹੈ ਰਿਜ਼ਿਊਮੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਵਰਕ ਐਕਸਪੀਰੀਅੰਸ ਨਹੀਂ ਆ। ਔਰ ਜੇ ਤੁਹਾਡੇ ਕੋਲ ਅੱਜ ਕੱਲ੍ਹ ਦੀ ਦੁਨੀਆ ਵਿੱਚ ਜ਼ੀਰੋ ਵਰਕ ਐਕਸਪੀਰੀਅੰਸ ਹੈ, ਤੁਹਾਡੇ ਕੋਲ ਬੜਾ ਮੁਸ਼ਕਿਲ ਮੌਕਾ ਹੈਗਾ ਕੁਝ ਕਰਨ ਦਾ। ਸੋ ਈਵਨ ਐਜ਼ ਅ ਸਟੂਡੈਂਟ ਕੋਸ਼ਿਸ਼ ਕਰੋ ਕੋਈ ਸਾਈਡ ਜੌਬ, ਸਾਈਡ ਪ੍ਰੋਜੈਕਟ ਕੁਝ ਤੇ ਹੋਏ ਜਿਹੜਾ ਤੁਸੀਂ ਦਿਖਾ ਸਕਦੇ ਹੋ ਐਮਪਲੋਇਰ ਨੂੰ। ਔਰ ਰੈਜ਼ਿਊਮੇ ਜਿਹੜਾ ਹੈਗਾ ਇਟ ਹੈਜ਼ ਟੂ ਬੀ ਵੈਰੀ ਕਲੀਨ, ਐਰਰ ਫ੍ਰੀ ਐਂਡ ਰੀਡੇਬਲ। ਜਿਹੜੇ ਬੰਦੇ ਨੇ ਤੁਹਾਨੂੰ ਨੌਕਰੀ ਦੇਣੀ ਹੈ ਜਾਂ ਇੰਟਰਵਿਊ ਲਈ ਬੁਲਾਣਾ ਹੈ, ਉਹਦਾ ਕੰਮ ਮੁਸ਼ਕਿਲ ਨਾ ਕਰੋ, ਆਸਾਨ ਕਰੋ ਕਿ ਤੁਹਾਡਾ ਰੈਜ਼ਿਊਮੇ ਇੰਨਾ ਸਾਫ਼ ਸੁਥਰਾ ਹੋਏ, ਕੋਈ ਗਲਤੀ ਨਾ ਹੋਏ ਕਿ ਬੰਦਾ ਕਹੇ ਹਾਂ ਯਾਰ ਮੈਂ ਆਸਾਨੀ ਨਾਲ ਇਹਦਾ ਡਾਕੂਮੈਂਟ ਪੜ੍ਹ ਸਕਿਆ, ਇਹਨੇ ਮੈਨੂੰ ਦੱਸਤਾ, ਮੈਨੂੰ ਦਿਖਾਤਾ ਰੀਜ਼ਨ ਕਿ ਮੈਂ ਇਹਨੂੰ ਕਿਉਂ ਬੁਲਾਵਾਂ, ਤੇ ਤੁਹਾਡੇ ਬੁਲਾਉਣ ਦੇ ਚਾਂਸਸ ਜ਼ਿਆਦਾ ਹੋਣਗੇ। ਸੋ ਇੱਕ ਵੈਬਸਾਈਟ ਹੈ indeed.com, ਉਹਦੇ ਉੱਤੇ ਉਹਨਾਂ ਨੇ ਬਹੁਤ ਸਾਰੀਆਂ ਟੈਂਪਲੇਟਸ ਦਿੱਤੀਆਂ ਹੋਈਆਂ, ਤੇ ਤੁਸੀਂ ਆਪਣਾ ਕੋਈ ਵੀ ਆਪਣਾ ਟੈਂਪਲੇਟ ਚੂਜ਼ ਕਰਕੇ, ਫॉर एग्जांपल अलग-अलग ਟੈਂਪਲੇਟਸ ਹੈ ਔਰ ਹਰ ਟੈਂਪਲੇਟ ਬਰਾਬਰ ਹੈ। ਜੋ ਤੁਹਾਨੂੰ ਪਸੰਦ ਆਉਂਦੀ ਹੈ ਨਾ ਡਿਜ਼ਾਈਨ ਦੇ ਹਿਸਾਬ ਦੇ ਨਾਲ, ਉਹ ਤੁਸੀਂ ਕਲਿੱਕ ਕਰੋ ਔਰ ਆਪਣੀ ਇਨਫੋਰਮੇਸ਼ਨ ਐਂਟਰ ਕਰਨੀ ਸ਼ੁਰੂ ਕਰ ਦਿਓ। ਔਰ ਉਹਦੇ ਬਾਅਦ ਤੁਸੀਂ ਆਪਣਾ ਰੈਜ਼ਿਊਮੇ ਡਾਊਨਲੋਡ ਕਰਕੇ ਇੱਕ PDF ਫਾਰਮੈਟ ਦੇ ਵਿੱਚ ਸੇਵ ਕਰ ਸਕਦੇ ਹੋ। ਸੋ PDF ਫਾਰਮੈਟ ਦਾ ਮਤਲਬ ਹੁੰਦਾ ਹੈ ਇੱਕ ਟਾਈਪ ਆਫ ਡਾਕੂਮੈਂਟ ਹੈਗਾ। ਐਂਡ ਕਦੀ ਕੁਝ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਹ ਵਾਲਾ ਫਾਰਮੈਟ ਪ੍ਰੈਫਰ ਕਰਦੀਆਂ, ਕੁਝ ਕੰਪਨੀਜ਼ ਨਹੀਂ ਕਰਦੀਆਂ, ਉਹ MS ਵਰਡ ਵਿੱਚ ਪ੍ਰੈਫਰ ਕਰਦੀਆਂ ਕਿ ਬਈ ਤੁਹਾਡਾ ਰੈਜ਼ਿਊਮੇ ਹੋਏ। ਓਕੇ, ਸੋ ਮੈਂ ਆਲਰੇਡੀ ਦਿਖਾਤਾ ਕਿ ਬਈ ਤੁਹਾਡੇ ਕੋਲ ਕਿੱਦਾਂ ਤੁਸੀਂ ਇਹ ਟੈਂਪਲੇਟ ਚੂਜ਼ ਕਰਨੀ ਹੈ ਔਰ ਆਪਣੀ ਇਨਫੋਰਮੇਸ਼ਨ ਐਂਟਰ ਕਰੋ। ਜਦੋਂ ਸਾਰਾ ਕੁਝ ਇਨਫੋਰਮੇਸ਼ਨ ਤੁਸੀਂ ਐਂਟਰ ਕਰਤੀ, ਉਹਨੂੰ ਕਰ ਦਿਓ ਸੇਵ ਐਂਡ ਯੂ ਆਰ ਡਨ। ਠੀਕ ਹੈ, ਔਰ ਤੁਸੀਂ ਇੱਕ ਵਾਰੀ ਆਪਣੀ ਇਨਫੋਰਮੇਸ਼ਨ ਐਂਟਰ ਕਰਤੀ ਨਾ, ਫਿਰ ਉਹਦੇ ਬਾਅਦ ਤੁਸੀਂ ਜਿਹੜੀ ਮਰਜ਼ੀ ਟੈਂਪਲੇਟ ਨੂੰ ਕਲਿੱਕ ਕਰੋ, ਤੁਹਾਡੀ ਇਨਫੋਰਮੇਸ਼ਨ ਇਸ ਸਾਈਟ ਦੇ ਉੱਤੇ ਟਰਾਂਸਪੋਰਟ ਹੋ ਜਾਂਦੀ ਹੈ ਦੂਜੇ ਫਾਰਮੈਟ ਦੇ ਵਿੱਚ। ਸੋ ਜਸਟ ਬਿਕੋਜ਼ ਤੁਹਾਨੂੰ ਬਾਅਦ ਵਿੱਚ ਫਾਰਮੈਟ ਚੇਂਜ ਕਰਨਾ ਹੈ, ਕੋਈ ਇੰਨੀ ਮੁਸ਼ਕਿਲ ਗੱਲ ਨਹੀਂ। ਸੋ ਅਗੇਨ ਮੈਂ ਸੁਜੈਸਟ ਕਰਾਂਗਾ ਤੁਸੀਂ ਵੀਡੀਓ ਨੂੰ ਪੌਜ਼ ਕਰੋ, ਆਪਣਾ ਰੈਜ਼ਿਊਮੇ ਬਣਾਓ, ਟੈਂਪਲੇਟ ਚੁੱਕੋ ਜਿਹੜੀ ਕਿ ਤੁਹਾਨੂੰ ਪਸੰਦ ਹੈ ਔਰ ਸੇਵ ਕਰੋ, ਔਰ ਆਪਣੇ ਅਕਾਊਂਟ ਵਿੱਚ ਗੂਗਲ ਡਰਾਈਵ ਵਿੱਚ ਜਾਂ ਕਿਤੇ ਸੇਵ ਕਰਕੇ ਰੱਖੋ। ਓਕੇ, ਜਿੱਦਾਂ ਇੰਡੀਡ ਦੇ ਵਿੱਚ PDF ਦੇ ਫਾਰਮੈਟ ਹੈ, ਉੱਦਾਂ MS ਵਰਡ ਦੇ ਵਿੱਚ ਵੀ ਫਾਰਮੈਟ ਹੈਗੇ ਨੇ। ਸੋ ਜੇ ਤੁਸੀਂ ਵਿੰਡੋਜ਼ ਕੰਪਿਊਟਰ ਵਿੱਚ ਹੋ ਔਰ ਇੱਥੇ ਤੁਸੀਂ ਜਾ ਕੇ ਟਾਈਪ ਕਰਦੇ ਹੋ ਵਰਡ, ਐਂਡ ਹੁਣ ਤੁਸੀਂ ਚਾਹੁੰਦੇ ਹੋ ਕਿ ਬਈ ਮੈਂ ਨਿਊ ਡਾਕੂਮੈਂਟ ਖੋਲਾਂ ਔਰ ਇਹਦੇ ਵਿੱਚ ਅਲੱਗ-ਅਲੱਗ ਟੈਂਪਲੇਟਸ ਹੈਗੀਆਂ ਆ। ਸੋ ਇੱਥੇ ਤੁਸੀਂ ਕਹਿ ਸਕਦੇ ਹੋ ਓਕੇ, ਜਾਂ ਤੇ ਇਹ ਕਲਿੱਕ ਕਰਕੇ ਤੁਸੀਂ ਰੈਜ਼ਿਊਮੇ ਢੂੰਢ ਸਕਦੇ ਹੋ, ਜਾਂ ਸਿੱਧਾ ਇੱਥੇ ਟਾਈਪ ਕਰੋ ਰੈਜ਼ਿਊਮੇ, ਕਰੋ ਐਂਟਰ, ਇਹ ਅਲੱਗ-ਅਲੱਗ ਰੈਜ਼ਿਊਮੇ ਦੀ ਟੈਂਪਲੇਟਸ ਆ ਗਈਆਂ। ਜਿਹੜੀ ਟੈਂਪਲੇਟ ਤੁਹਾਨੂੰ ਪਸੰਦ ਹੈ ਉਹ ਪਿਕ ਕਰ ਲਓ। ਸੋ ਅਸੀਂ ਜਾਂਦੇ ਹਾਂ ਵਾਪਸ ਆਪਣੀ ਪ੍ਰੈਜੈਂਟੇਸ਼ਨ ਤੇ। ਇਹੀ ਵਾਲਾ ਸਕਰੀਨ ਸੀਗਾ ਜਿਹੜਾ ਕਿ ਆਨਲਾਈਨ ਹੁਣੇ ਤੁਹਾਨੂੰ ਦਿਖਾਇਆ। ਸੋ ਸੇਮ ਥਿੰਗ, ਇਹਦੇ ਵਿੱਚ ਜਿਹੜਾ ਰੈਜ਼ਿਊਮੇ ਪਸੰਦ ਆਇਆ ਆਪਣੀ ਇਨਫੋਰਮੇਸ਼ਨ ਐਂਟਰ ਕਰੋ, ਸੇਵ ਕਰੋ, ਗੂਗਲ ਡਰਾਈਵ ਤੇ ਰੱਖੋ ਤਾਂ ਕਿ ਹਮੇਸ਼ਾ ਤੁਹਾਡੇ ਨਾਲ ਹੈ, ਕਿਉਂਕਿ ਫੋਨ ਦੇ ਥਰੂ ਗੂਗਲ ਡਰਾਈਵ ਦੀ ਐਪਲੀਕੇਸ਼ਨ ਦੇ ਥਰੂ ਤੁਸੀਂ ਆਪਣਾ ਰੈਜ਼ਿਊਮੇ ਐਕਸੈਸ ਕਰ ਸਕਦੇ ਹੋ ਔਰ ਜਿਹਨੂੰ ਭੇਜਣਾ ਹੈ ਭੇਜ ਸਕਦੇ ਹੋ। ਸੋ ਅਗੇਨ ਗੂਗਲ ਡਾਕ ਜਿਹੜਾ ਕਿ MS ਵਰਡ ਦਾ ਇੱਕ ਕੰਪੀਟੀਟਰ ਸਮਝ ਲਓ ਜਾਂ ਆਲਟਰਨੇਟ ਹੈ, ਉਹਦੇ ਵਿੱਚ ਵੀ ਬਹੁਤ ਸਾਰੇ ਰੈਜ਼ਿਊਮੇ ਦੇ ਟੈਂਪਲੇਟਸ ਹੈਗੀਆਂ। ਸੋ ਆਨਲਾਈਨ ਤੁਸੀਂ ਜੇ ਹੈਗੇ ਹੋ ਤਾਂ ਟਾਈਪ ਕਰੋ ਗੂਗਲ ਡਾਕਸ, ਓਕੇ, ਔਰ ਇਹਦੇ ਕੋਲ ਰੈਜ਼ਿਊਮੇ ਦੇ ਅਲੱਗ-ਅਲੱਗ ਹੈਗੀਆਂ ਆਲਰੇਡੀ ਇੱਥੇ, ਬਟ ਬੇਸਿਕਲੀ ਜੇ ਤੁਹਾਨੂੰ ਨਹੀਂ ਦਿਖ ਰਹੇ ਤੁਸੀਂ ਉਹ ਕਲਿੱਕ ਕਰੋ ਟੈਂਪਲੇਟ ਗੈਲਰੀ, ਜਿਹੜਾ ਮੈਂ ਕਲਿੱਕ ਕੀਤਾ, ਔਰ ਸੀਰੀਜ਼ ਆ ਜਾਂਦਾ ਹੈ, ਲੈਟਰ ਆ ਜਾਂਦੇ ਆ ਐਜ਼ ਏ ਟੈਂਪਲੇਟ। ਹੁਣ ਇੱਥੇ ਵਰਡ ਹੋ ਰਿਹਾ ਯੂਜ਼ CVs, ਜਿਹੜਾ ਕਿ ਸ਼ਾਰਟ ਹੈਗਾ ਕਰਿਕੂਲਮ ਵੀਟਾਏ ਦੇ ਲਈ, ਵੀਟਾਇਜ਼, ਓਕੇ, ਸੋ which means basically it's the same as a resume.
ਸੋ ਕੁਝ EMPLOYER ਪ੍ਰੈਫਰ ਕਰਦੇ ਹੈ ਕਿ ਬਈ ਸਾਨੂੰ MS Word ਦੇ ਵਿੱਚ ਰੈਜ਼ਿਊਮੇ ਚਾਹੀਦਾ ਹੈ, ਕੁਝ ਕਹਿੰਦੇ ਨੇ ਸਾਨੂੰ PDF ਵਿੱਚ ਚਾਹੀਦਾ ਹੈ। ਸੋ ਇਸ ਕਰਕੇ ਬੈਟਰ ਹੈ ਕਿ ਦੋਨੋਂ ਹੋਣ। ਔਰ ਮੈਂ ਇਹ ਵੀ ਸੁਜੈਸਟ ਕਰਾਂਗਾ ਕਿ Google Doc ਤੇ ਵੀ ਫਾਰਮੈਟ ਯੂਜ਼ ਕਰੋ ਔਰ ਪ੍ਰੈਕਟਿਸ ਕਰੋ ਕਿ ਜਦੋਂ Google Doc ਦੇ ਵਿੱਚ ਕੋਈ ਡਾਕੂਮੈਂਟ ਤੁਸੀਂ ਬਣਾ ਲਿਆ ਤੇ ਯੂ ਕੈਨ ਸੇਵ ਇਟ ਐਜ਼ ਅ ਵਰਡ ਫਾਈਲ। ਓਕੇ, ਹੁਣ ਤੁਸੀਂ ਆਪ ਜਿਹੜਾ ਤੁਹਾਨੂੰ ਫਾਰਮੈਟ ਪਸੰਦ ਆਉਂਦਾ ਹੈ ਉਹ ਚੂਜ਼ ਕਰ ਲਓ, ਸੇਵ ਕਰ ਲਓ। ਹੁਣ ਇਸ ਟਾਈਮ ਤੇ ਤੁਸੀਂ ਐਕਟੀਵਿਟੀ ਦੇ ਵਿੱਚ ਆਪਣੇ ਲਈ ਇੱਕ ਅੱਛਾ ਜਿਹਾ ਕਵਰ ਲੈਟਰ ਵੀ ਲਿਖ ਲਿਆ, ਇੱਕ ਰੈਜ਼ਿਊਮੇ ਵੀ ਬਣਾ ਲਿਆ ਹੈ, ਪ੍ਰੋਬੇਬਲੀ one hopefully in MS Word and hopefully ਇੱਕ in PDF। ਹੁਣ ਤੁਸੀਂ ਰੈਡੀ ਹੋ ਜੌਬ ਨੂੰ ਅਪਲਾਈ ਕਰਨ ਦੇ ਲਈ ਜਿਹੜੀ ਤੁਹਾਡੇ ਫੀਲਡ ਦੀ ਹੈਗੀ। ਸੋ ਇੰਡੀਆ ਦੇ ਵਿੱਚ ਇੱਕ ਸਭ ਤੋਂ ਵਧੀਆ ਸਾਈਟ ਜਿਹੜੀ ਮੈਨੂੰ ਲੱਗਦੀ ਹੈ ਉਹ ਹੈਗੀ ਹੈ Indeed.com, ਜਿਹਦਾ ਇੰਡੀਆ ਵਰਜ਼ਨ। ਸੋ ਜੇ ਮੈਂ ਇੱਥੇ ਕਲਿੱਕ ਕਰਾਂ ਔਰ ਸਪੋਜ਼ ਕਰੋ ਮੇਰੀ ਜਿਹੜੀ ਸਕਿੱਲ ਹੈ ਉਹ ਹੈਗੀ ਹੈ ਗ੍ਰਾਫਿਕ ਡਿਜ਼ਾਈਨ, ਠੀਕ ਹੈ। ਔਰ ਕਿੱਥੇ ਢੂੰਡਣੀ ਹੈ ਮੈਂ ਜੌਬ, ਇਹ ਮੈਂ ਰਹਿਣਾ ਹੈ ਸਪੋਜ਼ ਕਰ ਲਓ ਮੈਂ ਮੁਕਤਸਰ ਪੰਜਾਬ ਦੇ ਵਿੱਚ ਰਹਿਣਾ। ਫਾਈਂਡ, ਓਕੇ। ਸੋ ਦੋ ਚੀਜ਼ਾਂ ਪਹਿਲਾਂ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਇੰਡੀਡ ਹੈ ਨਾ, ਇਹ ਕੋਸ਼ਿਸ਼ ਕਰਦਾ ਹੈ ਕਿ ਹਰ ਅਲੱਗ-ਅਲੱਗ ਵੈਬਸਾਈਟ ਤੇ ਜਾਵੇ ਔਰ ਉੱਥੋਂ ਜੌਬਸ ਖਿੱਚ ਕੇ ਲਿਆਵੇ। ਸੋ ਇਸ ਟਾਈਮ ਤੇ ਮੁਕਤਸਰ ਵਿੱਚ ਕੋਈ ਗ੍ਰਾਫਿਕ ਡਿਜ਼ਾਈਨਰ ਦੀ ਜੌਬ ਨਹੀਂ ਹੈ, ਲੇਕਿਨ ਇਹ ਵੈਬਸਾਈਟ ਕਹਿੰਦੀ ਹੈ ਹਾਂ ਬਈ ਮੁਕਤਸਰ ਤੋਂ 100 ਕਿਲੋਮੀਟਰ ਦੂਰ ਹੈਗੀ ਹੈ। ਓਕੇ, ਦੇਖ ਲੈਂਦੇ ਹਾਂ ਕਿੱਥੇ ਔਰ ਕੀ ਹੈਗੀ ਹੈ। ਓਕੇ, ਗੰਗਾਨਗਰ ਰਾਜਸਥਾਨ ਵਿੱਚ ਹੈਗੀ ਹੈ graphic and web designer. Let's see. So job location Shri Ganganagar Rajasthan, experience 0 to 4 years। okay, कोई कंपनी है जिसका नाम है पागड़ी सॉल्यूशंस, वो फ्रेशर भी थे, एक्सपीरियंस्ड ग्राफिक डिज़ाइनर भी हायर कर रहे हैं और वो चाहते हैं कि भाई उन्होंने स्पेलिंग मिस्टेक की है फिर भी चलो वो चाहते हैं कि जो ग्राफिक डिज़ाइनर है उन्होंने फोटोशॉप लाजमी आनी चाहिए है, इट्स अ मस्ट। और नाल इलस्ट्रेटर एंड कोरेल ड्रॉ आना चाहिए। तो जे तो थोड़े को तीन चीज़ां हैगियां फिर तो वेल एंड गुड। ग्राफिक्स एंड वेब डिज़ाइनर्स विद Behance एंड Dribbble पोर्टफोलियो आर प्रिफर्ड। जेडे इस इंडस्ट्री तो हैगे हैं उन्होंने पता है कि व्हाट इज़ Behance एंड व्हाट इज़ Dribbble। लेकिन यह चीज़ मैं थोड़ा इत्थे दिखाना चाहता है, जिहड़ी चीज़ मैं कह रहा सी ना, मैं कह रहा सीगा कि थोड़े काम दा सैंपल जो ऑनलाइन होए वो सब तो वधिया चीज़ है। सो Behance की है, Behance और Dribbble दोनों एक वेबसाइट्स है जिथे ग्राफिक डिज़ाइनर अपने डिज़ाइन दुनिया को दिखा सकते हैं अपने अकाउंट क्रिएट करके। सो यही मैं कह रहा सीगा कि हुण जे मैं ग्राफिक डिज़ाइनर होंदा तो मैं अपना पोर्टफोलियो इस वेबसाइट से या इस वेबसाइट से बनाया होंदा और वो URL मैं कवर लैटर विच भी पांदा और रेज्यूमे विच भी पांदा। सैलरी इन्होंने दसी नहीं कि कितनी हैगी है। सो इस तरीके नाल तुहानू आइडिया हो जाएगा कि किहड़े स्किल दे किन्ने पैसे लगदे मार्केट विच, किन्ना हैगा, किन्नी तनख्वाह है ना। चलो इन्होंने नहीं दसिया, जे असी आई बेट यू जे असी टाइप करिए मोहाली ते कई कंपनियां होणगियां जिहड़ी कि सैलरी दस देणगियां। सो UI UX डिज़ाइनर ग्राफिक डिज़ाइनर 3,60,000 तो लैके 6 लाख मोहाली दे विच मिल सकदा। हुण हो सकदा तुसी सोचो कि यार बड़ी वधिया गल है, मैं तो कोर्स किया है ग्राफिक डिज़ाइन का तो मैनू तो 6 लाख की नौकरी मिल जाएगी। लेकिन मैं सजेस्ट करूँगा थोड़ा रुक जाओ, पहला क्लिक करके देखते हैं कि की हो रहा है इस जॉब दे विच। ओके, उन्होंने कोल सिर्फ एक ओपनिंग है और उन्होंने बंदा चाहिए है 3 to 6 years। ਹੁਣ ਆਲਰੇਡੀ ਇਹਦੇ ਵਿੱਚ ਸਾਨੂੰ ਪਤਾ ਚੱਲ ਜਾਏਗਾ, ਅੰਦਾਜ਼ਾ ਹੋ ਜਾਏਗਾ ਕਿ ਵੀ ਜੇ ਤੁਹਾਡੇ ਕੋਲ ਸਿਰਫ 1 ਜਾਂ 2 ਸਾਲ ਦਾ ਰੈਜ਼ਿਊਮੇ ਹੈ ਤੇ ਉਹ ਰਫਲੀ ਕਹਿ ਰਹੇ ਕਿ ਵੀ ਤੁਹਾਨੂੰ 3 ਲੱਖ ਦੀ ਨੌਕਰੀ ਮਿਲ ਜਾਊਗੀ। ਜੇ ਹੋ ਸਕਦਾ ਤੁਹਾਨੂੰ 5-6 ਸਾਲ ਦਾ ਐਕਸਪੀਰੀਅੰਸ ਹੈ ਇਸ ਇੰਡਸਟਰੀ ਦੇ ਵਿੱਚ ਤਾਂ ਹੋ ਸਕਦਾ 6 ਲੱਖ ਦੀ ਨੌਕਰੀ ਮਿਲ ਜਾਏਗੀ। ਸੋ ਆਈ ਹੋਪ ਕਿ ਇਸ ਤੋਂ ਤੁਹਾਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ। ਇੱਕ ਕਿ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ तो बेशक छोटे मोटे प्रोजेक्ट कुछ तो करो ताकि तुसी कह सकते हो कि भाई चल मेरे को 2 साल का एक्सपीरियंस है, 3 का नहीं है, क्योंकि तनख्वाह काफ़ी अच्छी है इस फील्ड में। ठीक है। सो और जे तुसी सिर्फ एक एहो जे स्टूडेंट हो जिन्हें कि 3 महीने का फोटोशॉप कोर्स किया तो
ਇਹ ਵਾਲਾ ਜਿਹੜਾ ਐਡ ਹੈ, ਆਈ ਹੋਪ ਕਿ ਇਹਦੇ ਨਾਲ ਤੁਹਾਡੀਆਂ ਅੱਖਾਂ ਥੋੜੀ ਜਿਹੀ ਖੁੱਲਣਗੀਆਂ ਔਰ ਤੁਸੀਂ ਕਹੋਗੇ ਕਿ ਬਈ ਓਕੇ ਮੈਨੂੰ ਅੱਛਾ ਇਹ ਵਾਲਾ ਸੀ ਨਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਹਾਂ ਓਕੇ ਮੈਂ ਹੋਰ ਥੱਲੇ ਸਕਰੋਲ ਕੀਤਾ ਔਰ ਉਹ ਕਹਿ ਰਹੇ ਕਿ ਫੋਟੋਸ਼ਾਪ ਇਲਸਟ੍ਰੇਟਰ ਰਿਲੇਟਡ ਟੂਲਸ, ਇਹ ਜਿੰਨੀਆਂ ਚੀਜ਼ਾਂ ਇਹ ਦਿਖਾ ਰਹੇ ਨੇ, ਇਲਸਟ੍ਰੇਸ਼ਨ, ਲੋਗੋ, ਅਦਰ ਡਿਜ਼ਾਈਨ, ਇਹ ਸਾਰੀਆਂ ਚੀਜ਼ਾਂ ਤੁਸੀਂ ਦਿਖਾਣੀਆਂ ਉਹਨਾਂ ਨੂੰ ਥਰੂ ਅ ਗੁੱਡ ਕਵਰ ਲੈਟਰ ਜਾਂ ਈਮੇਲ, ਜਿੱਦਾਂ ਐਕਸਲੈਂਟ ਇੰਗਲਿਸ਼ ਰਾਈਟਿੰਗ ਸਕਿੱਲਸ। ਇਸੀ ਕਰਕੇ ਮੈਂ ਕਹਿੰਦਾ ਕਿ ਨੋ ਸਪੈਲਿੰਗ ਮਿਸਟੇਕ, ਨੋ ਗ੍ਰਾਮਰ, ਚੰਗੀ ਤਰ੍ਹਾਂ ਗੁੱਡ ਪੈਰਾਗ੍ਰਾਫਸ ਦਿਖਾਓ ਕਿ ਤੁਸੀਂ ਇੱਕ ਕਮ ਸੇ ਕਮ ਇੱਕ ਬੇਸਿਕ ਕਵਰ ਲੈਟਰ ਤੇ ਲਿਖ ਸਕਦੇ ਹੋ ਨਾ ਵਿਦਆਊਟ ਐਰਰਸ, ਇੱਕ ਰੈਜ਼ਿਊਮੇ ਤਾਂ ਬਣਾ ਸਕਦੇ ਹੋ ਵਿਦਆਊਟ ਐਰਰਸ। ਬਿਹੈਂਸ ਔਰ ਡ੍ਰਿਬਲ ਤੇ ਜਿਹੜੇ ਉਹਨਾਂ ਨੇ ਲਿੰਕ ਮੈਂਸ਼ਨ ਕੀਤੇ ਹੈ, ਜੇ ਤੁਸੀਂ ਪ੍ਰੋਗਰਾਮਰ ਹੋ, ਇੱਦਾਂ ਹੀ ਹਰ ਚੀਜ਼ ਲਈ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਸਕਦੇ ਹੋ ਔਰ ਆਪਣੀ ਸਕਿੱਲ ਦਿਖਾ ਸਕਦੇ ਹੋ, ਉਹਦਾ ਲਿੰਕ ਤੁਸੀਂ ਕਵਰ ਲੈਟਰ ਵਿੱਚ ਵੀ ਰੈਜ਼ਿਊਮੇ ਵਿੱਚ ਵੀ ਪਾ ਸਕਦੇ ਹੋ, ਤਾਂ ਕਿ ਜਿਹੜਾ ਐਸ ਕੰਪਨੀ ਦੇ ਵਿੱਚ ਜੋ ਵੀ ਹਾਇਰਿੰਗ ਮੈਨੇਜਰ ਹੈ ਉਹ ਕਹੇਗਾ ਇਹ ਬੰਦੇ ਨੂੰ ਬੁਲਾਉਂਦੇ ਆ, ਇਹਦਾ ਕੰਮ ਠੀਕ ਲੱਗਦਾ। ਓਕੇ ਸੋ ਹਾਂ, ਸੋ ਇਹ ਕਾਫੀ ਅੱਛਾ, ਮਤਲਬ ਉਹਨਾਂ ਨੇ ਡਿਟੇਲ ਵਿੱਚ ਸਾਰਾ ਕੁਝ ਆਲਰੇਡੀ ਤੁਹਾਨੂੰ ਦੱਸਤਾ ਹੈ ਕਿ ਕਿਹੜੇ ਟੂਲਸ ਚਾਹੀਦੇ ਕਿਹੜੇ ਨਹੀਂ ਚਾਹੀਦੇ। ਹੁਣ ਜੇ ਤੁਸੀਂ ਆਲਰੇਡੀ ਫੋਟੋਸ਼ਾਪ ਕੀਤੀ ਹੈ ਲੇਕਿਨ ਬਾਕੀ ਕੁਝ ਨਹੀਂ ਕੀਤਾ, ਸੋ ਮੈਂ ਵਾਪਸ ਜਾਣਾ ਉਸ ਗੱਲ ਤੇ ਕਿ ਇਹ ਵਾਲਾ ਐਡ ਦੇਖ ਕੇ ਤੁਹਾਨੂੰ ਇੰਨਾ ਪਤਾ ਚੱਲਣਾ ਚਾਹੀਦਾ ਹੈ ਕਿ ਸਿਰਫ ਫੋਟੋਸ਼ਾਪ ਦਾ ਕੋਰਸ ਕਰਕੇ ਕਾਫੀ ਨਹੀਂ ਹੈ। ਇੱਕ ਗ੍ਰਾਫਿਕ ਡਿਜ਼ਾਈਨ ਇੱਕ ਬਹੁਤ ਵੱਡਾ ਫੀਲਡ ਹੈ ਔਰ ਗ੍ਰਾਫਿਕ ਡਿਜ਼ਾਈਨ ਦੇ ਨਾਲ ਜਿਹੜਾ ਇਹ UI UX ਹੈ, ਇਹ ਤੇ ਬਹੁਤ ਹੀ ਜ਼ਿਆਦਾ ਵੱਡਾ ਫੀਲਡ ਹੈ। ਸੋ ਆਈ ਹੋਪ ਕਿ ਤੁਹਾਨੂੰ ਇਹ ਪਤਾ ਚੱਲੇ ਕਿ 3 ਮਹੀਨੇ ਦੇ ਕੋਰਸ ਕਰਨ ਤੋਂ ਬਾਅਦ ਜੇ ਤੁਸੀਂ ਸੋਚ ਰਹੇ ਹੋ ਕਿ ਮੇਰੀ 3 ਜਾਂ 6 ਲੱਖ ਦੀ ਨੌਕਰੀ ਲੱਗ ਜਾਏ, that is not possible। ਇਹ ਜਿਹੜਾ ਜੋ ਕੁਛ ਇਹਨਾਂ ਨੇ ਇਹ ਟੂਲਸ ਵਗੈਰਾ ਔਰ ਮੈਂਸ਼ਨ ਕੀਤੇ ਨੇ, ਇਹਨਾਂ ਲਈ ਯੂ ਨੀਡ ਐਟਲੀਸਟ ਆਈ ਵੁੱਡ ਸੇ 1 ਸਾਲ ਦੀ ਪ੍ਰੋਪਰ ਗ੍ਰਾਫਿਕ ਡਿਜ਼ਾਈਨ ਵਿੱਚ ਟ੍ਰੇਨਿੰਗ, ਜਸਟ ਸੋ ਦੈਟ ਯੂ ਗੈਟ ਐਨ ਆਈਡੀਆ। ਲੇਕਿਨ ਜੇ ਤੁਸੀਂ ਸਿਰਫ ਵੈਬ ਔਰ ਗ੍ਰਾਫਿਕ ਡਿਜ਼ਾਈਨ ਕੀਤਾ ਹੈ, ਇਟਸ ਨਾਟ ਦੈਟ ਬੈਡ, ਕਿਉਂਕਿ ਯੂ ਨੋ ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਯਾਰ ਚਲੋ ਮੈਂ ਕਮ ਸੇ ਕਮ 12,000 ਦੀ ਜੋਬ ਹੀ ਮਿਲ ਜਾਏ, ਕਿਉਂਕਿ ਮੈਂ ਸ਼ਾਇਦ ਮੈਨੂੰ ਇੰਨਾ ਸਭ ਮੈਂ ਐਕਸਪੀਰੀਅੰਸ ਨਹੀਂ ਆ ਜਾਂ ਉਹ ਸਾਰੇ ਸੌਫਟਵੇਅਰ ਨਹੀਂ ਕੀਤੇ। ਓਕੇ ਸੋ ਲੈਟਸ ਲੁੱਕ ਐਟ ਦਿਸ। ਇਹ ਜੋਬ ਅਗੇਨ ਮੋਹਾਲੀ ਦੇ ਵਿੱਚ 12,000 ਤੋਂ ਲੈ ਕੇ 25,000, ਫੁੱਲ ਟਾਈਮ ਨੂੰ ਵੀ ਦੇਖਣ ਨੂੰ ਤਿਆਰ ਹੈ ਔਰ ਫਰੈਸ਼ਰ ਕੈਂਡੀਡੇਟ ਨੂੰ ਵੀ ਦੇਖਣ ਨੂੰ ਤਿਆਰ ਹੈ। ਓਕੇ ਗੁੱਡ। ਫੋਟੋਸ਼ਾਪ ਐਂਡ ਇਲਸਟ੍ਰੇਟਰ, ਓਕੇ, 2 ਅਡੋਬੀ ਪ੍ਰੋਡਕਟਸ ਹੈ ਜਿਹੜੇ ਦੋਨੋਂ ਆਉਣੇ ਚਾਹੀਦੇ ਹੈ, ਇਹਨਾਂ ਦੇ ਕੋਰਸ ਮੁਕਤਸਰ ਵਿੱਚ ਹੈਗੇ ਆ ਬਹੁਤ, ਔਰ ਐਕਸਪੀਰੀਅੰਸ ਚਾਹੀਦਾ ਹੈ 6 months to 2 years। ਗੁੱਡ, ਓਕੇ, ਕੋਈ ਇੰਨਾ ਜ਼ਿਆਦਾ ਨਹੀਂ ਹੈ। ਸੋ ਇਹ ਜੌਬ ਲਈ ਅਪਲਾਈ ਕੀਤਾ ਜਾ ਸਕਦਾ ਹੈ ਜੇ ਤੁਸੀਂ ਫੋਟੋਸ਼ਾਪ ਔਰ ਇਲਸਟ੍ਰੇਟਰ ਦਾ ਕੋਰਸ ਕੀਤਾ ਹੋਏ। ਫੋਟੋਸ਼ਾਪ ਔਰ ਇਲਸਟ੍ਰੇਟਰ ਦੇ ਕੋਰਸ ਮੁਕਤਸਰ ਦੇ ਵਿੱਚ ਆਈ ਥਿੰਕ 3 ਜਾਂ 6 ਮਹੀਨੇ ਦਾ ਜੇ ਕੋਈ ਕੀਤਾ ਹੋਏ ਤਾਂ ਬਹੁਤ ਵਧੀਆ ਹੈ। ਜੇ ਤੁਸੀਂ ਸਿਰਫ ਕੋਰਸ ਕੀਤਾ ਔਰ ਆਪਣਾ ਪੋਰਟਫੋਲੀਓ ਨਹੀਂ ਬਣਾਇਆ ਔਰ ਤੁਹਾਡੇ ਕੋਲ ਲੈਪਟਾਪ ਨਹੀਂ ਹੈ ਔਰ ਤੁਸੀਂ ਹਰ ਟਾਈਮ ਮਤਲਬ ਹਰ ਰੋਜ਼ ਜੇ ਬਸ 1 ਘੰਟਾ ਹਫਤੇ ਦੇ ਵਿੱਚ 5 ਦਿਨ ਪ੍ਰੈਕਟਿਸ ਕੀਤੀ ਹੈ, ਫਿਰ ਬਹੁਤ ਮੁਸ਼ਕਿਲ ਹੈ ਕਿ ਬਈ ਤੁਸੀਂ ਇੱਦਾਂ ਦੀ ਜੌਬ ਲਈ ਵੀ ਕੁਆਲੀਫਾਈ ਕਰੋ। ਮੇਰੀ ਸੁਜੈਸ਼ਨ ਹਮੇਸ਼ਾ ਇਹ ਰਹਿੰਦੀ ਹੈ ਕਿ ਫੋਨ ਯੂਜ਼ ਕਰਨਾ, ਸਮਾਰਟਫੋਨ ਯੂਜ਼ ਕਰਨਾ ਠੀਕ ਹੈ, ਸਾਰਿਆਂ ਨੂੰ ਆਉਣਾ ਚਾਹੀਦਾ, ਲੇਕਿਨ ਇਹੋ ਜਿਹੀ ਇੰਡਸਟਰੀ ਵਿੱਚ ਗ੍ਰਾਫਿਕ ਡਿਜ਼ਾਈਨ ਜਾਂ ਪ੍ਰੋਗਰਾਮਿੰਗ ਵਿੱਚ ਡੈਫੀਨੇਟਲੀ ਆਫ ਕੋਰਸ ਤੁਹਾਡੇ ਕੋਲ ਆਪਣਾ ਲੈਪਟਾਪ ਹੋਣਾ ਚਾਹੀਦਾ। ਸੋ ਇਹ ਜਿਹੜੇ ਅਸੀਂ 2 ਐਗਜ਼ਾਮਪਲ ਦੇਖੇ ਨੇ ਜੌਬਸ ਦੇ, ਆਈ ਹੋਪ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਏ ਕਿ ਕਿਸ ਬਾਰੀਕੀ ਦੇ ਨਾਲ ਤੁਸੀਂ ਆਪਣੇ ਫੀਲਡ ਲਈ ਇਹ ਦੇਖ ਸਕਦੇ ਹੋ। ਹੁਣ ਸਪੋਜ਼ ਕਰੋ ਤੁਸੀਂ ਕਹਿੰਦੇ ਹੋ ਕਿ ਬਈ ਮੈਂ ਗ੍ਰਾਫਿਕ ਡਿਜ਼ਾਈਨਰ ਤਾਂ ਬਣਨਾ ਹੀ ਨਹੀਂ, ਮੈਂ ਤਾਂ ਕੁਛ ਲਾਈਫ 'ਚ ਕੁਛ ਹੋਰ ਕਰਨਾ। ਜੋ ਵੀ ਤੁਸੀਂ ਕਰਨਾ ਉਹ ਤੁਸੀਂ ਇੱਥੇ ਟਾਈਪ ਕਰੋ ਔਰ ਜਿਹੜੀ ਸਿਟੀ ਵਿੱਚ ਤੁਹਾਨੂੰ ਜੌਬ ਚਾਹੀਦੀ ਹੈ, ਜਿਹੜੇ ਸਟੇਟ ਵਿੱਚ ਜੌਬ ਚਾਹੀਦੀ ਹੈ, ਇੱਥੇ ਟਾਈਪ ਕਰੋ ਅਤੇ ਦੇਖੋ। ਜਿੱਦਾਂ ਹੁਣ ਗ੍ਰਾਫਿਕ ਡਿਜ਼ਾਈਨਰ ਅਸੀਂ ਦੇਖਿਆ ਕਿ ਜਿਹੜਾ ਬਿਗਿਨਰ ਗ੍ਰਾਫਿਕ ਡਿਜ਼ਾਈਨਰ ਹੈਗਾ ਹੈ ਇਹ 12 ਤੋਂ 25,000 ਹੈ ਜੇ ਮੁਹਾਲੀ ਵਿੱਚ ਅਸੀਂ ਦੇਖੀਏ। ਸਪੋਜ਼ ਕਰੋ ਕਿ ਤੁਸੀਂ ਕਹਿੰਦੇ ਹੋ ਕਿ ਯਾਰ ਜੇ ਜਾਣਾ ਹੀ ਹੈ ਤੇ ਮੁਹਾਲੀ ਦੀ ਬਜਾਏ ਆਪਾਂ ਦਿੱਲੀ ਵੀ ਜਾ ਸਕਦੇ ਹਾਂ, ਦੇਖੀਏ ਕਿ ਉੱਥੇ ਗ੍ਰਾਫਿਕ ਡਿਜ਼ਾਈਨਰ ਦਾ ਕੀ ਰੇਟ ਹੈ। ਓਕੇ ਤਨਖਾਹ ਨਹੀਂ ਦੱਸੀ ਇਹਨਾਂ ਨੇ, ਲੈਟਸ ਕੀਪ ਗੋਇੰਗ। ਓਕੇ ਠੀਕ ਹੈ, 15,000 ਲੈ ਕੇ ਹੈ, 2 years of experience। Okay, let's look some more। 2 लाख, ओके, और 1 to
6 years of experience. So 18 ਤੋਂ 26 की qualification मांगते हैं। Illustrator, Photoshop, Dreamweaver, बहुत कुछ experience 2+ years, ठीक है। ਹੁਣ ਆਪਾਂ ਜੇ ਜਾਈਏ ਉੱਤੇ और ਅਸੀਂ कहिए okay, forget Delhi, let's do Bangalore. IKEA ਜਿਹੜੀ ਇੰਟਰਨੈਸ਼ਨਲ ਸਵੀਡਿਸ਼ ਫਰਨੀਚਰ ਕੰਪਨੀ ਹੈਗੀ ਹੈ, ਤਨਖਾਹ ਨਹੀਂ ਉਹਨਾਂ ਨੇ ਮੈਂਸ਼ਨ ਕੀਤੀ। great companies। मैं सिर्फ ਇਹ ਤੁਹਾਨੂੰ ਦਿਖਾਣਾ ਚਾਹਨਾ ਹੈ ਜੇ ਬੈਂਗਲੁਰੂ ਵਿੱਚ ਤਨਖਾਹ ਜ਼ਿਆਦਾ ਹੈਗੀ ਹੈ, which is what I expect। ਕਮਾਲ ਹੈ ਯਾਰ, ਕੋਈ ਨਿਕਲ ਰਹੀ ਨਹੀਂ ਐਡ ਜਿਹਦੇ ਵਿੱਚ ਸੈਲਰੀ ਹੈਗੀ। ओके, ग्राफिक डिजाइन बजाय आई नो जो प्रोग्रामर तुसी लिखो तो डेफिनेटली सैलरी दसन के क्या जी सैलरी नहीं दस रहे ना, तुसी इन्हां दा सैलरी एस्टिमेट ऑप्शन तुसी खुद देख सकते हो कि जावा प्रोग्रामर इन बैंगलोर 3,70,208 जॉब्स हैगियां, 5,80,000 167। सपोज करो तुसी कहंदे यार किहड़ी जॉब है जिहदे च ऑलमोस्ट 12 लाख मिल रहे हैं, मैं सिर्फ देखना चाहना है। ओके, पहली गल है कि कंपनी देखो क्या जबरदस्त है, बोइंग जिहड़ी कि एरोप्लेन्स बनाती है। और जे तुसी जावा विच इंटरस्टेड हो एज अ प्रोग्रामिंग लैंग्वेज तो फिर ओके बेसिक क्वालिफिकेशन ਤੁਹਾਨੂੰ ਦੱਸ ਰਹੇ ਕਿ ਕਿਹੜੀ ਲੈਂਗੁਏਜ ਆਣੀ ਚਾਹੀਦੀ ਹੈ, ਕਿਹੜੇ ਫਰੇਮਵਰਕ ਆਣੇ ਚਾਹੀਦੇ ਹੈ। ਸੋ ਇਹ ਵਾਲੀ ਅਪਰੋਚ ਯੂਜ਼ ਕਰਕੇ ਤੁਸੀਂ ਆਪਣਾ ਕੈਰੀਅਰ ਪਲਾਨ ਕਰ ਸਕਦੇ ਹੋ ਜੇ ਤੁਸੀਂ 12ਵੀਂ ਵਿੱਚ ਹੋ ਔਰ ਹੁਣ ਤੁਸੀਂ ਕੋਈ ਕੋਰਸ ਕਰਨੇ ਹੈ, ਕਾਲਜ ਵਗੈਰਾ ਜੁਆਇਨ ਕਰਨਾ ਹੈ। ਜ਼ਰੂਰੀ ਨਹੀਂ ਹੈ ਕਿ ਇੱਥੇ ਪ੍ਰੋਗਰਾਮਿੰਗ ਦੇ ਵਰਗੀਆਂ ਹੀ ਚੀਜ਼ਾਂ ਹੋਣ। ਜੇ ਅਸੀਂ ਵਾਪਸ ਪੰਜਾਬ ਆਈਏ और प्रोग्रामिंग और ग्राफिक डिज़ाइन तो अलावा लेट्स से आई डोंट नो फैशन डिज़ाइनर, within 100 kilometers find no fashion designer job ओके। सो थानू हुण पता चल जाएगा कि भाई फैशन डिज़ाइनिंग विच विद इन पंजाब कोई बहुत ज़्यादा स्कोप नहीं लगता। सिर्फ 1.5 लाख हैगी है साल की तनख्वाह और 10 जॉब्स विच इज़ द हाईएस्ट नंबर, यानी कि ज़्यादातर एस सैलरी ते ही लोग मिलते हैं 150 170 के आस पास, ठीक है। सो इदां ही तुसी जिहड़ा भी तुहानू करियर चाहिए तुसी इत्थे एंटर करके अंदाज़ा देख सकते हो कि भाई किन्ना की डिमांड है, की स्किल है। उदां दियां स्किल्स मैनू मुक्तसर विच या मुक्तसर के नेड़े तेड़े जिथे मैं जाना है मिल सकती हैं, नहीं मिल सकती, सो ऑन एंड सो फोर्थ। तो सो हाँ, चार्टर्ड अकाउंटेंट एक बहुत वधिया चीज़ है जिहड़ी कि असी टेस्ट कर सकते हैं। सो ਇਹਦੇ ਵਿੱਚ 1,90,000 इज़ जिथे सब तो ज़्यादा जॉब्स ने। दिस इज़ नॉट बैड। 2 ਲੱਖ ਦੀ 2.5 ਲੱਖ। सो एक बारी जो मैं हो गया ਹੁਣ ਤੁਸੀਂ obviously ਜੇ ਹੁਣ ਤੁਸੀਂ ਅੱਜ ਆਪਣੇ ਜੇ ਫਿਊਚਰ ਦਾ ਸੋਚ ਰਹੇ ਹੋ ਫਿਰ ਤੁਸੀਂ ਕੋਈ ਇੱਦਾਂ ਦੀ ਜੌਬ ਤੇ ਕਲਿੱਕ ਕਰ ਸਕਦੇ ਹੋ ਕਿ ਬਈ ਅਸਿਸਟੈਂਟ ਮੈਨੇਜਰ ਜਾਂ ਸੀਨੀਅਰ ਐਗਜ਼ੀਕਿਊਟਿਵ ਹੈ ਨਾ। ਔਰ ਜੇ ਐਸੋਸੀਏਟ ਇਜ਼ ਅ ਵਰਡ ਵਿਚ ਇਜ਼ ਯੂਜ਼ਡ ਫॉर ਅ ਜੂਨੀਅਰ, ਉੱਥੇ ਯੂਜ਼ ਹੁੰਦੇ। ਤੁਹਾਨੂੰ ਥੋੜ੍ਹਾ ਬਹੁਤ ਇੰਡਸਟਰੀ ਦੇ ਬਾਰੇ ਤੁਸੀਂ ਜਿੰਨਾ ਸਰਚ ਕਰੋਗੇ ਨਾ ਤੁਹਾਨੂੰ ਪਤਾ ਚੱਲ ਜਾਏਗਾ। ਜਿਹੜਾ ਫਾਈਨੈਂਸ ਐਸੋਸੀਏਟ ਹੈਗਾ ਫॉर एग्जांपल ਉਹਦੇ ਵਿੱਚ ਆ ਜਾਏਗਾ कि भाई की डिस्क्रिप्शन है कि सारे फिगर पोस्टिंग ठीक हुई है कि नहीं, मैथमैटिकल एक्यूरेसी इदां दी चीज़ां इंपॉर्टेंट हैगियां। ते
ਸੀਨੀਅਰ ਐਗਜ਼ੀਕਿਊਟਿਵ ਲਈ ਓਕੇ ਸੋ ਜ਼ਿਆਦਾ ਐਕਸਪੀਰੀਅੰਸ ਨਹੀਂ ਮੰਗ ਰਹੇ ਜੇ 6 ਮਹੀਨੇ ਦਾ ਹੈ 1 ਮਹੀਨੇ 1 ਸਾਲ ਦਾ ਹੋਏ ਤੇ ਹੋ ਜਾਏਗਾ ਲੇਕਿਨ ਉਹ ਮੰਗਦੇ ਆ ਆਰਟੀਕਲਸ਼ਿਪ ਫਰੋਮ ਅ ਰਿਪਿਊਟਡ ਯਾਨੀ ਕਿ ਅੱਛੀ ਸੀਏ ਫਰਮ ਸੋ ਇੱਦਾਂ ਤੁਸੀਂ ਐਕਸਪਲੋਰ ਕਰੋ ਖੁਦ ਟਾਈਮ ਸਪੈਂਡ ਕਰੋ ਔਰ ਪਲਾਨ ਕਰੋ ਕਿ ਤੁਸੀਂ ਜਦੋਂ 12ਵੀਂ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹਦੇ ਨਾਲ ਸਿਰਫ ਤੁਸੀਂ ਪੈਸਾ ਨਾ ਦੇਖੋ ਆਬਵੀਅਸਲੀ ਪੈਸਾ ਇੰਪੋਰਟੈਂਟ ਹੈ ਪੈਸਾ ਵੀ ਦੇਖੋ ਔਰ ਆਪਣਾ ਇੰਟਰਸਟ ਵੀ ਦੇਖੋ ਔਰ ਬੀ ਰੀਅਲਿਸਟਿਕ ਉਹ ਚੀਜ਼ ਵੀ ਦੇਖੋ ਜਿਹਦੀ ਐਜੂਕੇਸ਼ਨ ਅਵੇਲੇਬਲ ਹੈ ਤੁਹਾਨੂੰ ਹੈ ਨਾ ਹੁਣ ਜੇ ਨੰਬਰ ਚੰਗੇ ਨਹੀਂ ਔਰ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਇਹ ਤੇ ਹੋ ਨਹੀਂ ਸਕਦਾ ਸੋ ਬੀ ਰੀਅਲਿਸਟਿਕ ਸੋ ਤੁਸੀਂ ਗੂਗਲ ਵਿੱਚ ਵੀ ਜਾ ਕੇ ਤੁਸੀਂ ਸਰਚਸ ਕਰ ਸਕਦੇ ਹੋ ਜੌਬਸ ਇਨ ਮੁਕਤਸਰ ਔਰ ਕਾਫੀ ਸਾਰੇ ਇੱਦਾਂ ਜੌਬਸ ਨਿਕਲਦੀਆਂ ਫਿਰ ਤੁਸੀਂ ਫਿਲਟਰਸ ਦੇ ਨਾਲ ਪਲੇ ਕਰ ਸਕਦੇ ਹੋ ਕਿ ਬਈ ਫੁੱਲ ਟਾਈਮ ਚਾਹੀਦੀ ਹੈ ਕੰਟਰੈਕਟ ਚਾਹੀਦੀ ਹੈ ਕਿੰਨੇ ਪੈਸੇ ਦੀ ਚਾਹੀਦੀ ਹੈ ਕਿਹੜੇ ਸੈਕਟਰ ਦੇ ਵਿੱਚ ਚਾਹੀਦੀ ਹੈ ਅਗੇਨ ਸਪੈਂਡ ਟਾਈਮ ਆਪਣੇ ਗੈਟ ਯੂਜ਼ਡ ਟੂ ਪ੍ਰੈਕਟਿਸ ਕਰੋ ਇੰਟਰਨੈਟ ਤੇ ਸਹੀ ਚੀਜ਼ ਸਰਚ ਕਰਨਾ ਵੀ ਇੱਕ ਬਹੁਤ ਵੱਡੀ ਸਕਿੱਲ ਹੈ ਔਰ ਉਹਦੇ ਤੇ ਵੀ ਅਸੀਂ ਇੱਕ ਅਲੱਗ ਵੀਡੀਓ ਬਣਾਵਾਂਗੇ ਸੋ ਤੁਸੀਂ ਆਪਣੇ ਲਈ ਪ੍ਰੈਕਟਿਸ ਕਰੋ ਕਿ ਸਿਟੀ ਪਲੱਸ ਸੈਲਰੀ ਐਜ਼ ਐਨ ਐਗਜ਼ਾਮਪਲ ਮੈਂ ਤੁਹਾਨੂੰ ਦਿਖਾਣਾ ਸੋ ਜੇ ਤੁਸੀਂ ਗੂਗਲ ਵਿੱਚ ਜਾਓ ਤੁਸੀਂ ਕਹਿ ਸਕਦੇ ਹੋ ਕਿ ਜੌਬਸ ਇਨ ਪੰਜਾਬ ਇੰਡੀਆ with salary of rupees 5 lakhs suppose ਤੁਸੀਂ ਦੇਖਣਾ ਚਾਹੁੰਦੇ ਹੋ ਕਿ ਬਈ ਕਿਹੜੀਆਂ ਜੌਬਸ ਹੈਗੀਆਂ ਜਿਹੜੀ ਕਿ 5 ਲੱਖ ਤੋਂ ਜ਼ਿਆਦਾ ਪੇ ਕਰਦੀਆਂ ਹੁਣ ਇਹਦੇ ਵਿੱਚ ਦੁਬਾਰਾ ਅਸੀਂ ਇੰਡੀਡ ਤੇ ਆ ਗਏ ਓਕੇ ਇਹ ਐਗਜ਼ਾਮਪਲ ਲੈ ਲੈਂਦੇ ਹਾਂ ਸੈਲਰੀ ਲੈਕਸ ਪੰਜਾਬ ਨਹੀਂ ਦਿਸ ਇਜ਼ ਨਾਟ ਵਾਟ ਵੀ ਨੀਡ ਮੈਂ ਤੁਹਾਨੂੰ ਇੱਕ ਦੂਜੇ ਤਰੀਕੇ ਨਾਲ ਦਿਖਾਣਾ ਇਹ ਹੈਗਾ ਗੂਗਲ ਜੌਬਸ ਠੀਕ ਹੈ ਓਕੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੈਲਰੀ ਦੀ ਆਪਸ਼ਨ ਹੈਗੀ ਆ ਹਿਊਮਨ ਇਹ ਤੇ ਸਾਰੇ ਹੋ ਗਏ ਅਸੀਂ ਕਹਿੰਦੇ ਹਾਂ ਬਈ do they have all of Punjab let's go back ਇਹਦੇ ਵਿੱਚ ਸੈਲਰੀ ਦੀ ਆਪਸ਼ਨ ਨਹੀਂ ਦਿਖ ਰਹੀ ਮੈਨੂੰ ਇੱਦਾਂ ਕਰਦੇ ਹਾਂ ਜੌਬਸ ਇਨ ਇੰਡੀਆ ਸਿਰਫ ਫੁੱਲ ਟਾਈਮ ਵਿੱਚ ਇੰਟਰਸਟਡ ਹਾਂ ਹਾਲੇ ਵੀ ਸੈਲਰੀ ਤਾਂ ਨਹੀਂ ਦਿਖਾ ਰਿਹਾ let's go back here jobs that pay okay city name try करते हैं jobs that pay rupees 5 lakhs in Mohali ਹੁਣ ਅਸੀਂ ਇੱਥੇ ਆ ਗਏ ਓਕੇ ਔਰ ਇਸ ਕੇਸ ਦੇ ਵਿੱਚ ਗੂਗਲ ਨੇ ਤੁਹਾਨੂੰ ਦਿਖਾਤਾ ਕਿ ਵੀ MNC यानी कि multinational BPO is business process outsourcing hiring for freshers 3 I think this must be 3.5 lakhs by 5 days working cab okay so ਇਹ ਕੋਈ ਬਹੁਤ ਵਧੀਆ ਜੌਬ ਨਹੀਂ ਲੱਗਦੀ ਵੈਸੇ हिंदी पंजाबी इंग्लिश शिफ्ट टाइमिंग अच्छा टैक्सी बुक करने वाली कुछ इदा की BPO की जॉब हैगी यह बैटर चीज़ है हालांकि 5 lakhs वाली जॉब नहीं है मैं थोड़ा दस रहा कि भाई न्यूरोलॉजिस्ट चाहिए है चंडीगढ़ के जिसकी तनख्वाह 3 to 3.5 lakhs होएगी हमने कुछ होर सिटीज़ भी एडवर्टाइज की और फिर तुम इस डॉक्टर को कॉन्टैक्ट कर सकते हो
ਓਕੇ, ਹੁਣ ਆਪਾਂ ਜੇ ਕਰੀਏ ਮੋਹਾਲੀ ਦੇ ਵਿੱਚ ਥੋੜ੍ਹੀਆਂ ਜੌਬਸ ਹੈ ਜਿਨ੍ਹਾਂ ਦੀ ਤਨਖਾਹ ਬਹੁਤ ਜ਼ਿਆਦਾ ਹੈ। ਓਕੇ, ਹੁਣ ਇਸ ਕੇਸ ਵਿੱਚ 5 ਲੱਖ ਦੀ ਜਿਹੜੀ ਜੌਬ ਆਫਰ ਹੋ ਰਹੀ ਹੈ ਉਹ ਰਿਲਾਇੰਸ ਨਿਪੋਨ ਲਾਈਫ ਇੰਸ਼ੋਰੈਂਸ ਦੀ ਹੈ, ਦਿੱਲੀ ਦੇ ਵਿੱਚ ਹੈ। ਓਪਰਚੁਨਿਟੀ ਫॉर ARDM and RM. RM is probably regional manager, probably ARDM शायद I don't know, let's see. Relationship RM is relationship manager, executive relationship manager. ਸੋ ਇੱਦਾਂ ਤੁਸੀਂ ਟਰਾਈ ਕਰੋ ਬਾਰ-ਬਾਰ ਔਰ ਚੇਂਜ ਕਰੋ ਤੇ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕਿੱਦਾਂ ਦੀਆਂ ਜੌਬਸ ਹੈਗੀਆਂ ਤੁਹਾਡੇ ਏਰੀਆ ਦੇ ਵਿੱਚ ਤੇ ਉਹਨਾਂ ਦੀ ਕੀ ਤਨਖਾਹ ਹੈਗੀ ਹੈ। ਔਰ ਇੱਦਾਂ ਤੁਹਾਨੂੰ ਸ਼ਾਇਦ 2-4 ਆਪਸ਼ਨਸ ਕੁਝ ਇਹੋ ਜਿਹੀਆਂ ਮਿਲ ਜਾਣ ਕਿ ਤੁਹਾਨੂੰ ਲੱਗੇ ਕਿ ਹਾਂ ਯਾਰ ਇਸ ਕਰੀਅਰ ਦੇ ਵਿੱਚ ਮੈਂ ਇੰਟਰਸਟਿਡ ਹਾਂ ਔਰ ਤਨਖਾਹਾਂ ਵੀ ਥੋੜ੍ਹੀ ਠੀਕ ਲੱਗਦੀਆਂ ਔਰ ਜਿਹੜੀਆਂ ਕੁਆਲੀਫਿਕੇਸ਼ਨਸ ਮੰਗ ਰਹੇ ਆ ਮੈਂ ਅਗਲੇ 3-4 ਸਾਲ ਜਦੋਂ ਮੈਂ ਸਟੱਡੀ ਕਰ ਰਿਹਾ ਮੈਂ ਉੱਥੇ ਪਹੁੰਚ ਸਕਦਾ। ਠੀਕ ਹੈ। ਨਾਓ ਇਹ ਇੱਕ ਬੜੀ ਅੱਛੀ ਚੀਜ਼ ਹੈਗੀ ਹੈ ਵਰਕ ਫਰੋਮ ਹੋਮ, ਕਿ ਹੋ ਸਕਦਾ ਕਿ ਹਰ ਬੰਦਾ ਮੋਹਾਲੀ ਤੇ ਨਹੀਂ ਜਾ ਸਕਦਾ, ਨਾ ਹਰ ਬੰਦਾ ਦਿੱਲੀ ਜਾ ਸਕਦਾ, ਨਾ ਹਰ ਬੰਦਾ ਬੈਂਗਲੋਰ ਜਾ ਸਕਦਾ, ਲੇਕਿਨ ਇਹ ਜਿਹੜੀ ਵਰਕ ਫਰੋਮ ਹੋਮ ਜੌਬਸ ਹੈ ਕਿ ਮੈਂ ਘਰੋਂ ਹੀ ਕੰਮ ਕਰਨਾ ਹੈ ਔਰ ਆਨਲਾਈਨ ਕੰਮ ਕਰਨਾ ਹੈ, ਇਹਦੇ ਲਈ ਐਜ਼ ਅ ਸਟੂਡੈਂਟ ਤੁਸੀਂ ਪਹਿਲਾਂ ਕੋਸ਼ਿਸ਼ ਕਰ ਸਕਦੇ ਹੋ ਕਿ ਇੰਟਰਨਸ਼ਾਲਾ ਟਰਾਈ ਕਰੋ, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਇੰਟਰਨਸ ਦੀ ਵੈਬਸਾਈਟ ਹੈ। ਸੋ ਮੈਂ ਤੁਹਾਨੂੰ ਦਿਖਾਣਾ ਇੰਟਰਨਸ਼ਾਲਾ। ਤੇ ਸਪੋਜ਼ ਕਰੋ ਤੁਸੀਂ ਕਹਿੰਦੇ ਹੋ ਕਿ ਬਈ ਤੁਹਾਨੂੰ ਸੇਲਸ ਦੇ ਵਿੱਚ ਇੰਟਰਸਟ ਹੈ, ਸੋ ਇੱਕ ਬਣੀ ਬਣਾਈ ਕੈਟਾਗਰੀ ਹੈਗੀ ਹੈ ਸੇਲਸ ਔਰ ਵਰਕ ਫਰੋਮ ਹੋਮ ਫਿਲਟਰ ਔਨ ਹੈ, ਤੁਹਾਨੂੰ ਲੋਕੇਸ਼ਨ ਕੋਈ ਨਹੀਂ ਐਂਟਰ ਕਰਨੀ ਔਰ ਤੁਸੀਂ ਕਹਿ ਸਕਦੇ ਹੋ ਕਿ ਓਕੇ ਹੁਣ ਇਹ ਕੀ ਕਹਿੰਦਾ ਹੈ, ਡਸ ਇਟ ਸ਼ੋ ਹਾਊ ਮੈਨੀ ਜੌਬਸ देयर आर, ਨਹੀਂ 939। ਸੋ ਆਲਮੋਸਟ 950 ਇੰਟਰਨਸ਼ਿਪਸ ਇੱਥੇ ਇਸ ਵੈਬਸਾਈਟ ਤੇ ਹੈਗੀਆਂ ਜਿਹੜੀਆਂ ਸੇਲਸ ਰਿਲੇਟਡ ਹੈਗੀਆਂ। ਸੋ ਹੁਣ ਉਹਦੇ ਵਿੱਚੋਂ ਕਈ ਹੈਗੀਆਂ ਜੌਬਸ ਜਿੱਥੇ ਸਿਰਫ ਤੁਹਾਨੂੰ ਐਕਸਪੀਰੀਅੰਸ ਮਿਲੇਗਾ। ਇਹ 2 ਮਹੀਨੇ ਲਈ shop2shopping.com ਵਿੱਚ ਸੇਲਸ ਦੀ ਜੌਬ ਹੈਗੀ ਹੈ, ਇਮੀਡੀਏਟ ਸਟਾਰਟ, ਲੇਕਿਨ ਤੁਹਾਨੂੰ ਸਟਾਈਪੈਂਡ ਹੈ, ਇਹ ਤੁਸੀਂ ਤਨਖਾਹ ਨਹੀਂ ਕਹਿ ਸਕਦੇ ਇਸ ਚੀਜ਼ ਨੂੰ, ਇੱਕ ਛੋਟਾ ਜਿਹਾ ਸਟਾਈਪੈਂਡ ਇੰਟਰਨਸ਼ਿਪ ਵਾਲੀ ਕੰਪਨੀਆਂ ਦਿੰਦੀਆਂ, ਉਹ ਹੈਗੀਆਂ ਲਾਈਕ 1000 ਰੁਪੀਜ਼ ਅ ਮੰਥ, ਤੁਹਾਨੂੰ 1000 ਰੁਪਈਆ ਮਹੀਨੇ ਦਾ। ਕਈ ਹੈਗੀਆਂ ਜਿਹੜੇ ਕੋਈ ਪੈਸੇ ਨਹੀਂ ਦਿੰਦੀ, ਉਹ ਤੁਹਾਨੂੰ ਸਿਰਫ ਸਰਟੀਫਿਕੇਟ ਦੇਣਗੀਆਂ ਕਿ ਹਾਂ ਬਈ ਤੁਸੀਂ ਸਾਡੇ ਲਈ ਕੰਮ ਕੀਤਾ। ਔਰ ਰਿਮੈਂਬਰ ਇਹ ਜਿਹੜਾ ਸਰਟੀਫਿਕੇਟ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਈ ਇਹਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਰਿਮੈਂਬਰ ਕਿ ਜਦੋਂ ਤੁਸੀਂ ਰੈਜ਼ਿਊਮੇ ਬਣਾਓਗੇ ਔਰ ਇਹਨਾਂ ਕੰਪਨੀਆਂ ਲਈ ਕੰਮ ਕੀਤਾ ਹੈ ਤੇ ਜੋ ਤੁਸੀਂ ਕੰਮ ਕੀਤਾ ਉਹ ਤੁਸੀਂ ਆਪਣੇ ਰੈਜ਼ਿਊਮੇ ਤੋਂ ਪਾ ਸਕਦੇ ਹੋ। ਸੋ ਯੂ ਵਿਲ ਨਾਟ ਸ਼ੋ ਅਪ ਐਜ਼ ਅ ਫਰੈਸ਼ਰ ਹੂ ਹੈਜ਼ ਨੋ ਵਰਕ ਐਕਸਪੀਰੀਅੰਸ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਵੀ ਮੈਂ ਕਮ ਸੇ ਕਮ ਮੈਨੂੰ 4000 ਮਿਲਣੇ ਚਾਹੀਦੇ ਆ ਤੇ ਇਹ ਖਿੱਚ ਕੇ ਲੈ ਜਾਓ 4000 ਤੇ ਹੁਣ 570 ਉਹ ਤੁਹਾਨੂੰ ਓਪਰਚੁਨਿਟੀਜ਼ ਦਿਖਾ ਰਿਹਾ। ਇੰਟਰਨਸ਼ਾਲਾ ਸਿਰਫ ਤੁਹਾਨੂੰ ਇੰਟਰੋਡਿਊਸ ਕਰਾਂਦੀ ਹੈ ਉਸ ਕੰਪਨੀ ਦੇ ਨਾਲ, ਕੋਈ ਗਾਰੰਟੀ ਨਹੀਂ ਲੈਂਦਾ ਕਿ 1 ਮਹੀਨੇ ਦੇ ਬਾਅਦ ਤੁਹਾਨੂੰ ਪੈਸੇ ਮਿਲਣਗੇ ਨਹੀਂ ਮਿਲਣਗੇ, ਇਹ ਤੁਹਾਨੂੰ ਯਾਦ ਰੱਖਣਾ। ਠੀਕ ਹੈ। ਸੋ ਇੱਦਾਂ ਹੀ ਜਿਹੜੀਆਂ ਹੋਰ ਵੈਬਸਾਈਟਸ ਹੈਗੀਆਂ, ਕ੍ਰੇਗਲਿਸਟ ਹੈਗੀ ਹੈ, ਨੌਕਰੀ, monster.com, ਉੱਥੇ ਸਾਰਿਆਂ ਦੇ ਵਿੱਚ ਤੁਸੀਂ ਵਰਕ ਫਰੋਮ ਹੋਮ ਜਾਂ ਰਿਮੋਟ ਵਰਕ ਐਜ਼ ਏ ਕੈਟਾਗਰੀ ਪਾ ਸਕਦੇ ਹੋ ਔਰ ਕਾਫੀ ਸਾਰੀ ਉੱਥੋਂ ਜੌਬਸ ਨਿਕਲਣਗੀਆਂ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਜਿੱਦਾਂ ਰਿਮੋਟ ਵਰਕ ਹੈ ਉੱਦਾਂ ਹੀ ਇੱਕ ਪਾਰਟ ਟਾਈਮ ਕੈਟਾਗਰੀ ਵੀ ਤੁਸੀਂ ਟਰਾਈ ਕਰ ਸਕਦੇ ਹੋ, ਕਿਉਂਕਿ ਜੇ ਤੁਸੀਂ ਸਟੂਡੈਂਟ ਹੋ ਤੁਸੀਂ ਫੁੱਲ ਟਾਈਮ ਤੇ ਕੰਮ ਕਰ ਨਹੀਂ ਸਕਦੇ, ਲੇਕਿਨ ਪਾਰਟ ਟਾਈਮ 2 ਘੰਟੇ ਇੱਕ ਦਿਨ ਦੇ ਤੁਸੀਂ ਕਿਤੇ ਨਾ ਕਿਤੇ ਤੇ ਲਾ ਹੀ ਸਕਦੇ ਹੋ ਨਾ, ਉਹ ਵੀ ਵਰਕ ਐਕਸਪੀਰੀਅੰਸ ਆਪਣਾ ਹੁਣੇ ਬਣਾਓ ਤਾਂ ਕਿ ਜਿਹੜੇ ਲੱਖਾਂ ਬੱਚੇ ਆ ਜਿਹੜੇ ਨੇ ਡਿਗਰੀ ਲੈਣੀ ਹੈ 3 ਸਾਲ ਦੇ ਬਾਅਦ 4 ਸਾਲ ਦੇ ਬਾਅਦ ਜਿਹੜੇ ਤੁਹਾਡੇ ਨਾਲ ਗ੍ਰੈਜੂਏਟ ਹੁੰਦੇ ਹੋ, ਤੁਸੀਂ ਤੁਹਾਡੇ ਕੋਲ ਕੁਝ ਐਕਸਟਰਾ ਹੈ ਉਹਨਾਂ ਤੋਂ, ਕਿਉਂਕਿ ਜੇ ਐਕਸਟਰਾ ਨਹੀਂ ਹੈ ਫਿਰ ਤੁਹਾਡੇ ਕੋਈ ਚੰਗੀ ਜੌਬ ਮਿਲਣ ਦੇ ਚਾਂਸ ਕੋਈ ਬਹੁਤ ਜ਼ਿਆਦਾ ਨਹੀਂ ਹੋਣਗੇ। ਠੀਕ ਹੈ। ਸੋ ਅਗੇਨ ਆਈ ਵੁੱਡ ਸੇ ਕਿ ਇਹ ਜਿਹੜਾ ਸਕਰੀਨ ਅਸੀਂ ਦਿਖਾ ਰਹੇ ਹਾਂ ਐਜ਼ ਏ ਐਕਸਰਸਾਈਜ਼, ਐਜ਼ ਅ ਹੋਮਵਰਕ, ਐਜ਼ ਪ੍ਰੈਕਟਿਸ ਤੁਸੀਂ ਇਹ ਕਰੋ। 5 ਅਲੱਗ ਜੌਬਸ ਢੂੰਡੋ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਤੁਹਾਨੂੰ ਲੱਗਦਾ ਕਿ ਵੀ ਸਕਿੱਲਸ ਤੁਸੀਂ ਹਾਸਲ ਕਰ ਸਕਦੇ ਹੋ।
और ਚੰਗੇ ਕੁਆਲਿਟੀ ਲੈਵਲ ਤੇ ਹਾਸਿਲ ਕਰ ਸਕਦੇ ਹੋ। ਹਮੇ ਇਹ ਨਾ ਸੋਚੋ ਕਿ ਮੈਂ ਆਪਣੀ ਸਿਟੀ ਦੇ ਬੱਚਿਆਂ ਨਾਲ ਕੰਪੀਟ ਕਰ ਰਿਹਾ। ਰਿਮੈਂਬਰ, ਤੁਸੀਂ ਕੰਪੀਟ ਕਰ ਰਹੇ ਹੋ ਹਿੰਦੁਸਤਾਨ ਦੇ ਸਾਰੇ ਬੱਚਿਆਂ ਦੇ ਨਾਲ। ਔਰ ਜਿਹੜੀ ਵੀ ਸਕਿੱਲਸ ਉਹ ਜੋ ਫਿਊਚਰ ਵਾਲੀਆਂ ਜੌਬਸ ਜਿਹਦੇ ਲਈ ਤੁਸੀਂ ਏਮ ਰੱਖਿਆ ਹੈ, ਕੀ ਸਕਿੱਲਸ ਚਾਹੀਦੀਆਂ ਹੈ, ਉਹ ਲਿਸਟ ਬਣਾਓ ਔਰ ਹੌਲੀ 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 ਉਹਨਾਂ ਨੂੰ ਸਿੱਖਣਾ ਸ਼ੁਰੂ ਕਰੋ। ਠੀਕ ਹੈ, ਤੇ ਲਿਸਟ ਬਣਾਓ, ਆਪਸ ਵਿੱਚ ਸ਼ੇਅਰ ਕਰੋ, ਆਪਣੇ ਫਰੈਂਡਸ ਨਾਲ ਸ਼ੇਅਰ ਕਰੋ, ਸਾਡੇ ਨਾਲ ਸ਼ੇਅਰ ਕਰੋ। ਔਰ ਹੋ ਸਕਦਾ ਹੈ ਕਿ ਬਈ ਉਹਨਾਂ ਵਿੱਚੋਂ ਕੁਝ ਇਹੋ ਜਿਹੇ ਆਈਡੀਆ ਹੋਣ ਜਿਹਨਾਂ ਦੇ ਉੱਤੇ ਜਿਹਨਾਂ ਦੇ ਬਾਰੇ ਅਸੀਂ ਅਲੱਗ ਵੀਡੀਓ ਬਣਾ ਸਕਦੇ ਹਾਂ। ਔਰ ਜੇ ਤੁਸੀਂ ਇੰਟਰਨਸ਼ਿਪ, ਜੇ ਤੁਸੀਂ ਆਲਰੇਡੀ ਜੇ ਤੁਹਾਡੇ ਕੋਲ ਚੰਗੀ ਸਕਿੱਲ ਹੈਗੀ ਹੈ, ਤੇ ਇਹ ਸਾਡੀ ਵੈਬਸਾਈਟ ਹੈ jdwebservices.com/virtual internships। ਇੱਥੇ ਜਾ ਕੇ ਤੁਸੀਂ ਐਜ਼ ਐਨ ਇੰਟਰਨ ਅਪਲਾਈ ਵੀ ਕਰ ਸਕਦੇ ਹੋ। ਅਸੀਂ ਪ੍ਰੈਫਰ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਿਰਫ ਵਰਕ ਫਰੋਮ ਹੋਮ ਵਾਲੇ ਇੰਟਰਨਸ ਮਿਲਣ, ਲੇਕਿਨ ਉਹਨਾਂ ਵਿੱਚ ਕੁਛ ਨਾ ਕੁਛ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ। ਔਰ ਇਹ ਜਿਹੜੀ ਸਾਈਟ ਹੈਗੀ ਹੈ ਜਿਹੜੀ ਵੈਬ ਸਰਵਿਸਿਜ਼ ਦੇ ਉੱਤੇ ਇੱਕ ਪੂਰੇ ਅਸੀਂ ਪ੍ਰੈਕਟਿਸ ਵੀਡੀਓ ਬਣਾਏ ਹੋਏ ਹੈ, ਇਕੱਠੇ ਕੀਤੇ ਹੈ ਰਿਸੋਰਸਿਸ। ਜੇ ਤੁਸੀਂ ਮਾਈਕਰੋਸਾਫਟ ਵਰਡ, ਐਕਸੈਲ, ਗ੍ਰਾਫਿਕ ਡਿਜ਼ਾਈਨ, ਪ੍ਰੋਗਰਾਮਰ ਬਣਨਾ ਚਾਹੁੰਦੇ ਹੋ, ਇਹ ਸਾਰਾ ਕੰਟੈਂਟ ਕਰੀਅਰ ਇੰਜਨ ਐਪ ਦੇ ਵਿੱਚ ਵੀ ਹੈਗਾ। ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਜਿੱਥੇ ਤੁਸੀਂ ਆਪਣੀ ਇੰਗਲਿਸ਼ ਵੀ ਇੰਪਰੂਵ ਕਰ ਸਕਦੇ ਹੋ, ਗਵਰਨਮੈਂਟ ਐਗਜ਼ਾਮ ਲਈ ਪ੍ਰੈਕਟਿਸ ਕਰ ਸਕਦੇ ਹੋ। ਤੇ ਹਰ ਕੁਛ ਮਹੀਨਿਆਂ ਦੇ ਬਾਅਦ ਅਸੀਂ ਹੋਰ ਕੰਟੈਂਟ ਉੱਥੇ ਐਡ ਕਰਦੇ ਰਹਿੰਦੇ ਹਾਂ। ਸੋ ਜਿਹੜਾ ਗਵਰਨਮੈਂਟ ਐਗਜ਼ਾਮ ਵਾਲਾ ਮੋਡਿਊਲ ਹੈਗਾ ਨਾ, ਉਹ ਅਸੀਂ ਸੁਜੈਸਟ ਕਰਦੇ ਹਾਂ ਕਰੀਅਰ ਇੰਜਨ ਐਪ 'ਤੇ, ਐਂਡਰੋਇਡ ਐਪ ਹੈ, ਉਹਨੂੰ ਡਾਊਨਲੋਡ ਕਰੋ ਔਰ ਉਹਦੇ ਉੱਤੇ ਪ੍ਰੈਕਟਿਸ ਸ਼ੁਰੂ ਕਰੋ। ਕਿਉਂਕਿ ਹੌਲੀ ਹੌਲੀ ਟਾਈਮ ਆ ਰਿਹਾ ਹੈ ਕਿ ਪੰਜਾਬ ਗਵਰਨਮੈਂਟ ਨੂੰ ਕਾਫੀ ਸਾਰੀ ਗਵਰਨਮੈਂਟ ਜੌਬਸ ਫਿਲ ਕਰਨੀਆਂ। ਸੋ ਤੁਸੀਂ ਜ਼ਰੂਰ ਐਪ ਡਾਊਨਲੋਡ ਕਰੋ ਔਰ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਔਰ ਯੂਟਿਊਬ 'ਤੇ ਫੋਲੋ ਕਰੋ, ਤਾਂ ਕਿ ਜਦੋਂ ਵੀ ਅਸੀਂ ਨਵਾਂ ਕੰਟੈਂਟ ਐਪ ਵਿੱਚ ਪਾਉਂਦੇ ਹਾਂ, ਅਸੀਂ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ 'ਤੇ ਅਪਡੇਟ ਪਾਵਾਂਗੇ। ਜਾਂ ਇਸ ਯੂਟਿਊਬ 'ਤੇ ਵੀ ਫੋਲੋ ਕਰੋ, ਤਾਂ ਕਿ ਅਸੀਂ ਜਦੋਂ ਨਵੀਂ ਵੀਡੀਓ ਬਣਾਉਂਦੇ ਹਾਂ ਤੁਹਾਨੂੰ ਉਹਦੇ ਬਾਰੇ ਪਤਾ ਚੱਲ ਜਾਏ। ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਫੇਸਬੁੱਕ ਦੇ ਉੱਤੇ ਕਿੱਦਾਂ ਸਾਨੂੰ ਫੋਲੋ ਕਰਨਾ ਹੈ। ਫੋਲੋ ਤਾਂ ਕਰਨਾ ਹੈ, ਲੇਕਿਨ ਫੋਲੋ ਸੈਟਿੰਗਸ ਵਿੱਚ ਜਾ ਕੇ ਫੇਵਰੇਟਸ ਵਿੱਚ ਜ਼ਰੂਰ ਸਿਲੈਕਟ ਕਰਨਾ, ਕਰੀਅਰ ਇੰਜਨ ਲਈ ਵੀ ਔਰ ਜਿਹੜੀ ਵੈਬ ਸਰਵਿਸਿਜ਼ ਲਈ ਵੀ, ਤਾਂ ਕਿ ਜਦੋਂ ਵੀ ਕੋਈ ਅਪਡੇਟ ਹੋਏ ਤੁਹਾਨੂੰ। I hope you found this video useful, and we hope to make more videos like this for you. Thank you. Bye.